ਅੱਜ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾਈ ਜਾ ਰਹੀ ਹੈ ਔਰ ਵੱਖ-ਵੱਖ ਸਿਆਸੀ ਧਿਰਾਂ ਜ਼ੋਰ ਸ਼ੋਰ ਨਾਲ ਲੌਂਗੋਵਾਲ ਨੂੰ ਅਪਣਾ ਰਹੀਆਂ ਨੇ, ਜਿਹੜੀਆਂ ਕਦੇ ਚਿਮਟੇ ਨਾਲ ਵੀ ਛੂਹਣਾ ਨਹੀਂ ਸੀ ਚਾਹੁੰਦੀਆਂ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ। ਅੱਜ ਉਹਨਾਂ ਦੇ ਸੋਹਲੇ ਗਾ ਰਹੀਆਂ ਨੇ। ਇਤਿਹਾਸ ਕੀ ਆ, ਹਿਸਟਰੀ ਕੀ ਕਹਿੰਦੀ ਆ, ਸਾਰੇ ਮਾਮਲੇ ਆਪਾਂ ਚਰਚਾ ਕਰਦੇ ਹਾਂ ਸਰਦਾਰ ਤਰਲੋਚਨ ਸਿੰਘ ਜੀ ਨਾਲ, ਜਿਹੜੇ ਕਿ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਹੇ ਨੇ ਭਾਰਤ ਸਰਕਾਰ ਦੇ, ਔਰ ਰਾਜ ਸਭਾ ਦੇ ਵਿੱਚ ਵੀ ਇਹਨਾਂ ਦੀ ਆਵਾਜ਼ ਗੂੰਜਦੀ ਰਹੀ ਹੈ। ਅਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜੋ ਇਹ ਨੌਟੰਕੀ ਹੁੰਦੀ ਆ, ਇਹ ਡਰਾਮੇ ਹੁੰਦੇ ਨੇ, ਕਿਉਂਕਿ ਜਦੋਂ ਲੋੜ ਸੀ ਸੰਤ ਲੌਂਗੋਵਾਲ ਨੂੰ ਸਪੋਰਟ ਦੀ ਲੋੜ ਸੀ, ਉਦੋਂ ਅਕਾਲੀ ਲੀਡਰਸ਼ਿਪ ਉਹਦੇ ਨਾਲ ਨਹੀਂ ਸੀ। ਜਿਹੜੀ ਨਾਲ ਸੀ ਉਹਨਾਂ ਨੇ ਆਪਣੇ ਮਤਲਬਾਂ ਤੋਂ ਅੱਗੇ ਵਧੇ ਹੀ ਨਹੀਂ। ਉਹਦੇ ਵਿੱਚੋਂ ਜੇ ਪ੍ਰਾਪਤੀ ਕੋਈ ਹੋਈ, ਉਹ ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ, ਪ੍ਰਾਪਤੀ ਸਿਰਫ ਸਰਕਾਰ ਬਣਾ ਲਈ ਗਈ, ਚੋਣਾਂ ਹੋ ਗਈਆਂ, ਬਰਨਾਲਾ ਸਾਹਿਬ ਗਵਰਨਮੈਂਟ ਬਣਾ ਗਏ, ਕੁਛ ਵੀ ਐਸੀ ਪ੍ਰਾਪਤੀ ਨਹੀਂ ਜਿਹਦਾ ਅੱਜ ਜ਼ਿਕਰ ਕੀਤਾ ਜਾ ਸਕੇ। ਮੌਕਾ ਸੀ ਕਿ ਕੁਝ ਕੱਢਿਆ ਜਾ ਸਕੇ। ਸੋ ਆਪਾਂ ਜਾਣਦੇ ਹਾਂ ਵੈਸੇ ਵੀ ਲੌਂਗੋਵਾਲ ਹੈ ਕੀ ਸੀ ਔਰ ਕਿਵੇਂ ਉਹਨਾਂ ਨੇ ਉਹ ਅੱਗੇ ਵਧੇ। ਗੱਲ ਬੜੀ ਸਿੱਧੀ ਹੈ ਕਿ ਸੰਤ ਲੌਂਗੋਵਾਲ ਜੀ ਬੜੇ ਸਤਿਕਾਰਯੋਗ ਹੈ ਔਰ ਔਖੇ ਸਮੇਂ 84 ਵਿੱਚ ਇਹ ਪਾਰਟੀ ਲੀਡਰ ਸੀਗੇ। ਜਦ ਬਾਕੀ ਸਾਰੇ ਅੰਮ੍ਰਿਤਸਰੋਂ ਦੌੜ ਗਏ ਤਾਂ ਇਹ ਇਕੱਲੇ ਹੀ ਉੱਥੇ ਬੈਠੇ। ਬੜੀ ਹਿੰਮਤ ਹੈ। ਔਰ ਇਹ ਉਦੋਂ ਜਦੋਂ ਲਾਸਟ ਅਟੈਕ ਹੋਇਆ ਉਦੋਂ ਵੀ ਉਸ ਤੋਂ ਬਾਅਦ ਅਰੈਸਟ ਹੋਏ ਤੇ ਇਹਨਾਂ ਨੇ ਦਰਬਾਰ ਸਾਹਿਬ ਨਹੀਂ ਛੱਡਿਆ, ਉਹਦੇ ਨਾਲ ਟੋੜਾ ਸੀ। ਇਹ ਬੜੀ ਵੱਡੀ ਗੱਲ ਹੈ। ਪਰ ਇਹਨਾਂ ਦੀ ਜਿਹੜੀ ਲੀਡਰਸ਼ਿਪ 'ਚ ਜਿਹੜੀ ਕੁਆਲਿਟੀ ਲੋੜ ਹੈ ਲੀਡਰਸ਼ਿਪ ਦੀ, ਵਿਜ਼ਨ, ਨੈਗੋਸ਼ੀਏਸ਼ਨ, ਟਾਕਸ ਟੂ ਇੰਪ੍ਰੈਸ, ਉਹ ਲੈਕਿੰਗ ਸੀ। ਉਹਦੇ ਤਾਂ ਕਿ ਮੇਰੇ ਕੋਲ 2-3 ਗੱਲਾਂ ਮੇਰੇ ਕੋਲ ਜਿਹੜੀ ਜ਼ਾਤੀ ਉਹ ਮੈਂ ਦੱਸਦੇ ਹਾਂ ਕਿ ਜਦੋਂ ਕ੍ਰਾਈਸਿਸ ਵਧਿਆ ਤਾਂ ਗਿਆਨੀ ਜ਼ੈਲ ਸਿੰਘ ਜੀ ਨੇ ਕੋਸ਼ਿਸ਼ ਕੀਤੀ ਕਿ ਇੰਦਰਾ ਗਾਂਧੀ ਔਰ ਲੌਂਗੋਵਾਲ ਦੀ ਡਾਇਰੈਕਟ ਗੱਲ ਕਰਾਈ ਜਾਵੇ ਜੀ, ਤਾਂ ਕੋਈ ਨਾ ਹੋਵੇ, ਦੋਨਾਂ ਦੀ ਸਿੱਧੀ ਗੱਲ ਹੋਵੇ। ਤੇ ਉਹ ਫਿਰ ਆਰਗੇਨਾਈਜ਼ ਕੀਤੀ ਤੇ ਲੌਂਗੋਵਾਲ ਦੋਵਾਂ ਦੀ ਮੀਟਿੰਗ ਫਿਕਸ ਹੋ ਗਈ। ਤੇ ਇੰਦਰਾ ਦੇ ਦਫ਼ਤਰ 'ਚ ਲੌਂਗੋਵਾਲ ਜੀ ਨੂੰ ਇੰਦਰਾ ਬਾਹਰੋਂ ਆ ਕੇ ਆਪ ਲੈ ਗਈ, ਅੰਦਰ ਬਹਿ ਗਏ। ਉਹ ਜਦੋਂ ਗੱਲ ਕਰਨ ਲੱਗੇ ਤੇ ਲੌਂਗੋਵਾਲ ਜੀ 2 ਮਿੰਟ 'ਚ ਕਹਿੰਦੇ ਜੀ ਠਹਿਰੋ, ਬਾਹਰ ਸੇ ਜੋ ਬੈਠੇ हैं बलवंत सिंह बरनाला, मैं उनको भी बुला लूं। अच्छा, सो ये गल नहीं कर सके। एक तो बड़ा बड़ा ये इतिहासक सच्चाई मैं दस रहा कि इंदिरा जी ने गल ही 2 मिनट भी नहीं कर सके। अच्छा, कोई अपना व्यू पॉइंट दे ही नहीं सके और मीटिंग ਅਸੀਂ organize ਸੀ ਵੀ ਤਾਂ ਕਿ ਉਸ ਮੀਟਿੰਗ ਇੰਦਰਾ ਨਾਲ ਗੱਲ ਮੁੱਕ ਕੇ ਜਾਏ ਕੋਈ। ਇਹ ਬਲੂ ਸਟਾਰ ਤੋਂ ਪਹਿਲਾਂ ਦੀ ਗੱਲ ਹੈ ਜੀ। ਮਗੇ ਉੱਥੇ ਗਏ ਲੌਂਗੋਵਾਲ ਜੀ ਗੱਲ ਹੀ ਨਹੀਂ ਕਰ ਸਕੇ। ਮੈਨੂੰ ਇਹ ਗਿਆਨੀ ਜੀ ਨੇ ਆਪ ਦੱਸਿਆ ਵੀ ਮੈਂ ਤਾਂ ਸਾਰਾ ਜ਼ੋਰ ਲਾ ਕੇ ਇਹ ਮੀਟਿੰਗ ਕਰਵਾਈ, ਉੱਥੇ ਮੀਟਿੰਗ ਕਾਮਯਾਬ ਨਹੀਂ ਹੋਈ। ਅੱਛਾ, ਦੂਸਰੀ ਗੱਲ, ਜਦੋਂ ਲੌਂਗੋਵਾਲ ਦਾ ਕਾਰਡ ਹੁੰਦਾ ਹੈ, ਦੇਖੋ ਇਹ ਬਹੁਤ ਵੱਡਾ ਇਤਿਹਾਸ ਜਿਹੜਾ ਸਾਡਾ 84 ਦਾ ਹੈ, ਉਹਦੇ ਚ ਲੌਂਗੋਵਾਲ ਅਕਾਰਡ ਬਹੁਤ ਵੱਡੀ ਗੱਲ ਹੈ ਕਿ ਇੱਕ ਇੰਡੀਆ ਦਾ ਪ੍ਰਾਈਮ ਮਿਨਿਸਟਰ ਤੇ ਦੂਜੇ ਪਾਸੇ ਇੱਕ ਪੋਲੀਟੀਕਲ ਪਾਰਟੀ ਦਾ ਪ੍ਰੈਜ਼ੀਡੈਂਟ, ਦੋਵਾਂ ਦਾ ਜੁਆਇੰਟ ਐਗਰੀਮੈਂਟ ਹੋਣਾ ਇਹ ਰੇਅਰ ਚੀਜ਼ ਹੈ ਜੀ। ਇਹ ਬਹੁਤ ਵੱਡੀ ਇਤਿਹਾਸਕ ਗੱਲ ਹੈ। ਲੇਕਿਨ ਉਸ ਚੋਂ ਨਿਕਲਿਆ ਕੀ, ਉਹਦੇ ਕਈ ਰੀਜ਼ਨ। ਉਹ ਇੱਕ ਰੀਜ਼ਨ ਇਹ ਹੈ ਕਿ ਜਦੋਂ ਮੈਂ ਉਦੋਂ ਰਾਸ਼ਟਰਪਤੀ ਭਵਨ 'ਚ ਸੀ ਜੀ, ਇਹ ਜੋ ਐਗਰੀਮੈਂਟ ਹੋਇਆ ਗਿਆਨੀ ਜ਼ੈਲ ਸਿੰਘ ਨੂੰ ਉਹਦਾ ਪਤਾ ਵੀ ਨਹੀਂ ਸੀ। ਰਾਜੀਵ ਨੇ ਕਹਿ ਰੱਖਿਆ ਸੀ ਵੀ ਗਿਆਨੀ ਜੀ ਕੋ ਪਤਾ ਨਾ ਚੱਲੇ, ਕਿਉਂਕਿ ਗਿਆਨੀ ਜੀ ਦੀ ਜਿਹੜੀ ਵਿਊ ਹੈ ਉਹ ਡਿਫਰੈਂਟ ਸੀ ਤੇ ਮੇਰੀ ਰਾਜੀਵ ਗਾਂਧੀ ਨਾਲ ਡਾਇਰੈਕਟ ਸੰਬੰਧ ਸੀ ਜੀ। ਤੇ ਮੈਨੂੰ ਰਾਜੀਵ ਗਾਂਧੀ ਨੇ ਇੱਕ ਦਿਨ ਬੁਲਾਇਆ ਜੀ, ਤਰਲੋਚਨ ਸਿੰਘ ਜੀ ਬੜਾ ਜ਼ਰੂਰੀ ਬਾਤ ਕਰਨੀ ਹੈ। मैं कही दसो। कहते मेरा लौंगोवाल से अकार्ड हो गया। मैं कही बड़ी मुबारक हो, ये तो बहुत बड़ी बात है, आप तो बड़ा पंजाब में पीस ला रहे हैं। कहते नहीं पर मैं आप यू आर द एक्सपर्ट ऑन सिख फेयर, मैं इसलिए तेरे से बात करना चाहती हूँ भी ज्ञानी जी को पता ना चले जो तेरी मेरी बात हो रही। कहते अब ये एग्रीमेंट हो रहा है और लौंगोवाल और मैं ही साइन करेंगे और सारा पंजाब के इश्यूज में करके। मैंने कहा जी इसमें और कोई है? कहते हाँ उनके साथ है। मैं कहा जी फिर मेरी बात सुन लो अगर आपको अच्छी लगे। जब तक टोडा और बादल इनके साथ नहीं आके साइन करते ये एग्रीमेंट का कोई बेनिफिट नहीं होगा। अच्छा, बस ये आप बात समझ लो। मैं कहा लौंगोवाल जी वीक लीडर है, लोगों को पता है कि इनको पता ही कुछ नहीं, वो क्या आइडिया देंगे आपको। तो जब वो होंगे तो फिर जो इसकी जो इम्प्लीमेंटेशन की रिस्पॉन्सिबिलिटी है वो टोडा बादल पे पड़ेगी जी। आप उनके भी साइन करो, लौंगोवाल जी को आज वापस भेज दो, कहो जी उनको लेके आओ। कहते कैसे? मैं कहा लौंगोवाल कैन ब्रिंग देम। अगर वो ले आए तो फिर उनसे आप मीटिंग तीनों से करो जी। साइन जब लौंगोवाल करे लेकिन मीटिंग में वो बैठे जी। वो मान गया। कहता आई एग्री विद यू बट गिव मी टाइम, आई मस्ट कंसल्ट विद माई एडवाइजर। अगर तो कहता तेरी बात वो मान गए तो फिर मैं दोबारा बुलाऊंगा तुम्हें। अगर तुम्हें मैंने नहीं बुलाया इट मीन के योर व्यू हैज नॉट बीन एक्सेप्टेड बाय माय कोलीग्स। अच्छा, वही गल हुई। नेक्स्ट डे
ਜਦੋਂ ਮੇਰੀ ਗੱਲ ਜਾ ਕੇ ਲੌਂਗੋਵਾਲ ਬਾਰੇ ਨਾ ਦੱਸੀ ਆਪਣੇ ਬੰਦਿਆਂ ਨੂੰ, ਉਹਦੇ ਚ ਮੇਰੇ ਇਹਨਾਂ ਨੇ ਬਰਨਾਲਾ ਤੇ ਨੇ ਡਾਕਟਰ ਅਤਰ ਸਿੰਘ ਭੇਜਦਾ। ਅਤਰ ਸਿੰਘ ਦਾ ਸਭ ਬਹੁਤ ਲੈਕ ਸੀ ਗੱਲਬਾਤ ਕਰਨੇ ਜੀ। ਉਹਨੇ ਸਮਝਾਤਾ नहीं जी लौंगोवाल अथॉरिटी है, त्रिलोचन सिंह की राय तो ठीक है पर कोई बात नहीं। तो फिर उन्होंने चुप करके नेक्स्ट डे ਇਹਦਾ ਸਾਈਨ ਕਰਾ ਲਏ ਲੌਂਗੋਵਾਲ ਤੋਂ। ਹੁਣ ਉਸ ਐਗਰੀਮੈਂਟ ਵਿੱਚ ਸਿੱਖਾਂ ਨੂੰ ਮਿਲਿਆ ਕੀ? ਨਹੀਂ ਪਹਿਲੀ ਗੱਲ ਪਹਿਲੀ ਗੱਲ ਮੈਨੂੰ ਇਹ ਦੱਸਿਓ, ਆਮ ਧਾਰਨਾ ਇਹ ਹੈ ਕਿ ਬਾਦਲ ਟੌੜਾ ਚਲਾਕੀ ਨਾਲ ਉਹ ਨਾਲ ਨਹੀਂ ਗਏ। ਅੱਛਾ, ਇਹਦਾ ਮਤਲਬ ਹੈ ਕਿ ਇਹ ਗੱਲ ਗਲਤ ਹੈ, ਉਹਨਾਂ ਨੇ ਇਹਨਾਂ ਨੂੰ ਨਾਲ ਸ਼ਾਮਲ ਹੀ ਨਹੀਂ ਕੀਤਾ। They have been kept out cleverly. Okay. ਬਾਦਲ ਟੋੜੇ ਦਾ ਕਸੂਰ ਕੋਈ ਨਹੀਂ, ਮੈਂ ਬੜਾ ਅੱਛਾ ਕਲੀਅਰ ਆ ਮੈਂ, ਕਿਉਂਕਿ I am in touch A to Z। ਇਹ ਜਾਣ ਕੇ ਬੁਲਾਏ ਨਹੀਂ, ਇਹ ਬਲਵੰਤ ਸਿੰਘ ਦੀ ਬਰਨਾਲੇ ਦੀ ਔਰ ਇਹ ਡਾਕਟਰ ਅਤਰ ਸਿੰਘ ਤਿੰਨੋਂ ਆਲੇ ਨਾਲ ਸੀ। ਅੱਛਾ, ਇਹਨਾਂ ਨੇ ਬਾਦਲ ਬਾਹਰ ਰੱਖਿਆ। ਤੁਸੀਂ ਇੱਥੋਂ ਸੋਚੋ ਨਾ ਕਿ ਜਦੋਂ ਐਗਰੀਮੈਂਟ ਹੋ ਗਿਆ, ਇਲੈਕਸ਼ਨ ਹੋ ਗਈ, ਬਾਦਲ ਮਿਨਿਸਟਰ ਨਹੀਂ ਬਣ ਦਿੱਤਾ। ਬਾਦਲ ਵਾਸ ਰੈਡੀ ਟੂ ਬਿਕਮ ਮਿਨਿਸਟਰ। ਅੱਛਾ, ਅੰਡਰ ਬਰਨਾਲਾ, ਉਹ ਬਰਨਾਲੇ ਦੇ ਥੱਲੇ ਨਵੀਂ ਗੱਲ ਦੱਸ ਦਿਆਂ। ਅੱਛਾ, ਬਾਦਲ ਸਾਹਿਬ ਤਿਆਰ ਸੀ ਵਜ਼ੀਰ ਬਣਨ ਨੂੰ ਵੀ ਅੰਡਰ ਬਰਨਾਲਾ। ਕਮਾਲ ਹੈ, ਉਹਨੂੰ ਮਿਨਿਸਟਰ ਨਹੀਂ ਬਣਾਇਆ। ਇਹ ਬੜੀ ਵੱਡੀ ਇਤਿਹਾਸਕ ਗੱਲ ਹੈ, ਮੈਂ ਵਿਟਨੈਸ ਹਾਂ। ਨਹੀਂ ਉਦੋਂ ਤੱਕ ਤਾਂ ਸੰਤ ਲੌਂਗੋਵਾਲ ਦਾ ਕਤਲ ਹੋ ਚੁੱਕਿਆ ਸੀਗਾ। ਔਰ ਲੌਂਗੋਵਾਲ ਦਾ ਕਤਲ ਹੋ ਗਿਆ। ਹਾਂ, ਲੌਂਗੋਵਾਲ ਦਾ ਮਰਿਆ ਨਾ, ਉਹਦੇ 'ਚ ਬੜੇ ਲੋਕਾਂ ਦੀ ਜ਼ਿੰਮੇਵਾਰੀ ਆਉਂਦੀ ਹੈ। ਇਹ ਵੀ ਬੜਾ ਵੱਡਾ ਇਸ਼ੂ ਹੈ ਬਈ। ਜਦੋਂ ਅਕਾਰਡ ਹੋ ਗਿਆ, ਅਕਾਰਡ ਹੋਣ ਤੋਂ ਬਾਅਦ SS ਗਿੱਲ IAS ਸੈਕਟਰੀ ਸੀਗਾ ਇਨਫੋਰਮੇਸ਼ਨ ਬ੍ਰਾਡਕਾਸਟਿੰਗ। ਅੱਛਾ ਜੀ। ਇਹ ਪਹਿਲਾਂ ਮੇਰਾ ਜਦ ਮੈਂ ਸੀ ਨਾ ਏਸ਼ੀਅਨ ਗੇਮ 'ਚ, ਸਾਡਾ ਵੀ ਸੈਕਟਰੀ ਸੀ, ਇਸ ਕਰਕੇ ਮੇਰਾ ਵਾਕਫ ਸੀ। ਠੀਕ ਹੈ। ਉਹ ਮੈਨੂੰ ਬੁਲਾਇਆ ਦਫ਼ਤਰ ਆਪਣੇ, ਮੈਂ ਉਦੋਂ ਰਾਸ਼ਟਰਪਤੀ ਭਵਨ ਸੀ ਜੀ। ਕਹਿੰਦਾ ਜੀ ਹੁਣ ਇਹ ਅਕਾਰਡ ਦੀ ਪਬਲਿਸਿਟੀ ਕਰਨੀ ਹੈ। ਮੈਂ ਕਿਹਾ ਜੀ ਤੁਹਾਨੂੰ ਕੀ ਬੈਨੀਫਿਟ? ਨਹੀਂ ਲੋਕਾਂ ਨੂੰ ਪਤਾ ਚੱਲੇ ਕਿ ਰਾਜੀਵ ਗਾਂਧੀ ਨੇ। ਮੈਂ ਕਿਹਾ ਜੀ ਜਿੰਨੀ ਪਬਲਿਸਿਟੀ ਕਰੋਗੇ ਇਹ ਐਂਟੀ ਲੌਂਗੋਵਾਲ ਜਾਏਗੀ। ਅੱਛਾ। ਮੈਂ ਕਿਹਾ ਸਿੱਖਾਂ ਨੂੰ ਉਲਟ ਗੱਲ ਜੇ ਬਈ, ਜਦ ਤੱਕ ਕੋਈ ਬੈਨੀਫਿਟ ਨਹੀਂ ਆਉਂਦਾ ਤਾਂ ਪਬਲਿਸਿਟੀ ਕਿਸ ਗੱਲ ਦੀ? ਕਹਿੰਦੇ ਜੀ ਤੁਸੀਂ ਇਵੇਂ ਕਰੋ, ਮੇਰੀ ਮਦਦ ਕਰੋ। ਕਹਿੰਦੇ ਲੌਂਗੋਵਾਲ ਨੂੰ ਮਨਾਓ ਕਿ ਉਹ ਪੰਜਾਬ ਵਿੱਚ ਜਾ ਕੇ ਜਲਸੇ ਕਰੇ ਜੀ। ਇਹ ਹੈ ਗੱਲ ਵੀ ਲੌਂਗੋਵਾਲ ਵੀ ਜਾ ਕੇ ਪਬਲਿਕਲੀ ਇਹਦੀ ਤਾਰੀਫ ਕਰੇ। ਨਹੀਂ, ਉਦੋਂ ਤੱਕ ਸਿੱਖ ਹਲਕਿਆਂ 'ਚ ਇਹਦਾ ਬਹੁਤ ਜ਼ਬਰਦਸਤ ਵਿਰੋਧ ਹੋ ਰਿਹਾ ਸੀਗਾ ਕਿ ਇਹ ਸਮਝੌਤਾ ਇਹ ਸਿੱਖਾਂ ਦੀਆਂ ਲਾਸ਼ਾਂ ਤੇ ਹੋਇਆ। ਇਹੀ ਗੱਲ ਹੈ ਨਾ। ਦੇਖੋ ਵਿਰੋਧ ਕੀ ਹੋਇਆ, ਅਨੰਦਪੁਰ ਸਾਹਿਬ ਮੀਟਿੰਗ ਹੋਈ ਜੀ। ਇਸ ਤੋਂ ਬਾਅਦ ਉੱਥੇ ਟੌੜਾ ਬਾਦਲ ਵਾਕਆਊਟ ਕਰ ਗਏ। ਅਕਾਲੀ ਦਲ ਦੀ ਪੂਰੀ ਜਥੇਬੰਦੀ ਦੀ ਮੀਟਿੰਗ ਹੋਈ, ਰਿਜੈਕਟ ਹੋ ਗਿਆ। ਸੋ ਲੌਂਗੋਵਾਲ ਫਸ ਗਿਆ। ਤਾਂ ਫਿਰ ਜਿਹੜਾ ਗਿੱਲ ਸੀਗਾ, ਇਹ ਸਾਜ਼ਿਸ਼ ਸੀ ਵੀ ਹੁਣ ਇਹਦੀ ਤਾਰੀਫ ਕਰੋ। ਜਿਵੇਂ ਸੰਤ ਫਤਿਹ ਸਿੰਘ ਵਰਤਿਆ ਗਿਆ ਪਾਰਟੀਸ਼ਨ ਆਫ ਪੰਜਾਬ ਦੇ, ਕਿ ਉਹਨੂੰ ਲੰਡਨ ਭੇਜਤਾ, ਲੰਡਨ ਰਿਸੈਪਸ਼ਨਾਂ ਕਰਾਤੀਆਂ ਤੇ ਮਗਰੋਂ ਪੰਜਾਬ ਬਣ ਰਿਹਾ, ਸੰਤਾਂ ਨੂੰ ਪਤਾ ਨਹੀਂ ਲੱਗਿਆ। ਇਹ ਤੇ ਇਤਿਹਾਸ ਤੇ ਹੈ ਜਿਹੜਾ ਕੋਈ ਸੁਣਦਾ ਹੀ ਨਹੀਂ ਮੇਰੇ ਤੋਂ। ਨਹੀਂ ਪਰ ਮੈਨੂੰ ਅਜੇ ਤੱਕ ਹਿਸਟਰੀ ਦੇ ਵਿੱਚ ਇਹ ਵੀ ਕਲੈਰਿਟੀ ਨਹੀਂ ਹੋਈ ਕਿ ਉਦੋਂ ਕੇਂਦਰ ਨੇ ਸਾਜ਼ਿਸ਼ ਕਰਕੇ ਸੰਤ ਫਤਿਹ ਸਿੰਘ ਨੂੰ ਭੇਜਿਆ ਸੀਗਾ ਔਰ ਲੌਂਗੋਵਾਲ ਨੂੰ ਵਰਗਲਾ ਕੇ ਸਮਝੌਤਾ ਕੀਤਾ, ਕਿ ਮਤਲਬ ਇਹਦੇ ਵਿੱਚ ਆਮ ਜੀ ਰੰਧਾਵਾ ਜੀ, ਕਿਉਂਕਿ ਤੁਸੀਂ ਹੁਣ, ਮੈਂ ਤਾਂ ਰੋਜ਼ ਕਹਿੰਦਾ ਗੁਰੂ ਦੀ ਕਿਰਪਾ ਨਾਲ ਤੁਸੀਂ ਇਤਿਹਾਸ ਦੇ ਹੁਣ ਐਂਕਰ ਹੋ, ਸਿੱਖਾਂ ਦੀ ਖੋਜ ਕਰ ਰਹੇ ਹੋ, ਅਨਰਿਟਨ ਪੇਜਸ ਆਫ ਸਿੱਖ ਹਿਸਟਰੀ ਲਿਖ ਰਹੇ ਹੋ। ਸੰਤ ਫਤਿਹ ਸਿੰਘ ਜਦੋਂ ਪਾਰਟੀਸ਼ਨ ਪੰਜਾਬ ਦੀ ਹੋਈ, ਸੰਤ ਜੀ ਲੰਡਨ 'ਚ ਭੇਜਤੇ ਗਵਰਨਮੈਂਟ ਨੇ 1966 'ਚ। ਉੱਥੇ ਰਿਸੈਪਸ਼ਨ ਕਰਾਈ, ਹਾਈ ਕਮਿਸ਼ਨਰ ਦੀ ਡਿਊਟੀ ਲੱਗੀ। ਉਹ ਤੇ ਰਿਸੈਪਸ਼ਨਾਂ 'ਚ ਫਿਰਦੇ ਰਹੇ ਤੇ ਮਗਰੋਂ ਪੰਜਾਬ ਦੀਆਂ ਮੀਟਿੰਗਾਂ ਹੋ ਗਈਆਂ। ਉਹ ਮੀਟਿੰਗਾਂ 'ਚ ਅਸੀਂ ਮਾਰੇ ਗਏ। ਨਹੀਂ, ਉਹ ਸਰਕਾਰੀ ਟੂਰ ਬਣਾਤਾ ਗਿਆ, ਉੱਥੇ ਉਹਨਾਂ ਨੂੰ ਰਿਸੀਵ ਕੀਤਾ ਉੱਥੋਂ ਦੀ ਐਮਬੈਸੀ ਨੇ। ਹਾਈ ਕਮਿਸ਼ਨਰ ਨੇ ਮੀਟਿੰਗਾਂ ਕਰਾਈਆਂ, ਬੜੇ ਜਲਸੇ ਹੋਏ। ਸੰਤ ਬੜੀ 'ਚ ਮਾਰਤਾ। ਅੱਛਾ, ਕਿ ਪੰਜਾਬੀ ਸੂਬੇ ਦਾ ਲੈਣ ਵਾਲਾ ਹੈ ਉਹ ਤਾਰਾ ਸਿੰਘ ਜੂੰਦਾ ਸੀ। ਨਹੀਂ, ਇਹਦਾ ਮਤਲਬ ਸਾਡੇ ਸਿੱਖ ਲੀਡਰ ਵਿਜ਼ਨਰੀ ਨਹੀਂ ਸੀ। ਸੰਤ ਫਤਿਹ ਸਿੰਘ ਨੂੰ ਸਮਝ ਨਹੀਂ ਆਈ ਚਾਲ। ਪੰਜਾਬੀ ਸੂਬੇ ਦੀ ਜੋ ਚੰਡੀਗੜ੍ਹ ਦੇ ਡਿਮਾਰਕੇਸ਼ਨ ਦਾ ਜੋ ਬੇੜਾ ਗਰਕ ਹੋਇਆ, ਜ਼ਿੰਮੇਵਾਰ ਸੰਤ ਫਤਿਹ ਸਿੰਘ ਹੈ, ਇੰਦਰਾ ਗਾਂਧੀ ਨਹੀਂ। ਹੋਰ ਉਸ ਵੇਲੇ ਕੋਈ ਹੋਰ ਲੀਡਰ ਹੀ ਨਹੀਂ ਸੀ ਜਿਹੜਾ ਸੰਤ ਫਤਿਹ ਸਿੰਘ ਨੂੰ ਬਾਹ ਫੜ ਕੇ ਰੋਕਦਾ। ਤਾਰਾ ਸਿੰਘ ਨੂੰ ਪਰੇ ਕਰਤਾ ਗਿਆ। ਮਾਸਟਰ ਜੀ ਜੁੰਦੇ ਸਨ, ਉਹਨਾਂ ਦੇ ਨੇੜੇ ਨਹੀਂ ਲੱਗਦਾ। ਸੰਤ ਦੀ ਵਡਿਆਈ ਕਰਦੀ ਪੰਜਾਬੀ ਸੁਭਾਅ ਲਿਆ। ਸਾਰੀ ਲੜਾਈ ਮਾਸਟਰ ਜੀ ਨੇ ਲੜੀ। ਤੇ ਜਦੋਂ ਬਣਿਆ ਆ ਕੇ 65 'ਚ ਮੂਲ ਮਾਸਟਰ ਜੀ ਨੂੰ ਪਰੇ। ਮਤਲਬ ਜਦੋਂ ਚੰਡੀਗੜ੍ਹ ਬਾਹਰ ਰੱਖਿਆ ਗਿਆ, ਬਹੁਤ ਸਾਰੇ ਇਲਾਕੇ ਬਾਹਰ ਰੱਖ ਲਏ ਗਏ ਪੰਜਾਬ ਦੇ, ਉਦੋਂ ਉਸ ਸੰਤ ਜੀ ਪਟਿਆਲੇ ਆਏ।
ਡਾਕਟਰ ਧਨਵੰਤ ਸਿੰਘ ਜੀ ਅੱਖਾਂ ਦਾ ਡਾਕਟਰ ਦਾ ਅੱਖਾਂ ਦਿਖਾਉਣ ਆਏ, ਮੈਂ ਵੀ ਪਹੁੰਚ ਗਿਆ ਜੀ। ਉੱਥੇ ਬੜੇ ਪ੍ਰੋਫੈਸਰ ਆ ਗਏ ਯੂਨੀਵਰਸਿਟੀਆਂ ਦੇ ਜੀ ਕਿ ਸੰਤ ਜੀ ਕੋਈ ਇਲਾਕਾ ਲੈ ਲਓ। ਅੱਛਾ, ਕਹਿੰਦਾ ਕਿਹੜਾ? ਉਹ ਜੀ ਇਹ ਪਹਾੜ ਤੇ ਕਸੌਲੀ ਪਟਿਆਲਾ ਸਟੇਟ ਦਾ ਹੈ, ਇਹ ਕੁੱਲੂ। ਉਹ ਬਰਾਵੋ, ਅਸੀਂ ਕੀ ਲੈਣਾ, ਮੈਂ ਤੇ ਰਾਜਸਥਾਨ ਤੋਂ ਆਇਆ, ਰੇਤੇ ਦੇ ਇਲਾਕੇ ਚ ਆਇਆ, ਅਸੀਂ ਪਹਾੜਾਂ ਤੋਂ ਕੀ ਲੈਣਾ। ਚਲੋ ਗੱਲ ਮੁੱਕ ਗਈ। ਅੱਛਾ, ਇਹ ਕਿਹਾ ਸੰਤਾਂ ਨੇ। ਸੰਤ ਫਤਿਹ ਸਿੰਘ ਪਲੇਡ ਨੋ ਰੋਲ ਇਨ ਡਿਮਾਰਕੇਸ਼ਨ ਆਫ ਦ ਏਰੀਆਜ਼, ਨਾ ਚੰਡੀਗੜ੍ਹ ਸ਼ਹਿਰ ਲੈਣ ਦਾ। ਉਸੋ ਜੋ ਚਾਹੁੰਦਾ ਇਹ ਕਰਾਉਂਦਾ। ਇਹ ਜਿਹੜੀ ਹਿਸਟਰੀ ਹੈ, ਇੰਦਰਾ ਗਾਂਧੀ ਵੇਖੋ, ਪੰਜਾਬੀ ਸੂਬਾ ਇੰਦਰਾ ਨੇ ਦਿੱਤਾ ਹੈ, ਇਹ ਗੱਲ ਮੰਨੋ। ਇੰਦਰਾ ਜਨਵਰੀ 66 ਚ ਆਈ ਹੈ, ਠੀਕ ਹੈ, ਪ੍ਰਾਈਮ ਮਿਨਿਸਟਰ, ਤੇ ਇਹ ਸਾਨੂੰ ਨਵੰਬਰ 66 ਚ ਮਿਲ ਗਿਆ ਸੀ। ਗੱਲ ਇਤਿਹਾਸ ਅਸੀਂ ਪੜ੍ਹਦੇ ਨਹੀਂ। ਇੰਦਰਾ ਵੈਂਟ ਆਲ ਆਊਟ ਪੰਜਾਬੀ ਸੂਬਾ ਬਣਾਉਣ ਆਪਣੇ ਪਿਓ ਦੇ ਖਿਲਾਫ। ਅੱਛਾ, ਨਹਿਰੂ ਖਿਲਾਫ ਸੀ ਬਣਾਉਣ ਦੇ ਜੀ। ਸ਼ਾਸਤਰੀ ਬਣਿਆ, ਸ਼ਾਸਤਰੀ ਨੇ ਹਾਂ ਕਰਤੀ, ਸ਼ਾਸਤਰੀ ਕਮੇਟੀ ਬਣਾ ਗਿਆ, ਹੁਕਮ ਸਿੰਘ ਚੇਅਰਮੈਨ, ਹੁਕਮ ਸਿੰਘ ਸਪੀਕਰ ਸੀ ਜੀ। ਪਾਰਲੀਮੈਂਟ ਦੀ ਕਮੇਟੀ ਨੇ ਪਾਸ ਕਰਤਾ, ਇੰਦਰਾ ਨੇ ਅਪਰੂਵ ਕਰਤਾ, ਇੰਦਰਾ ਨੇ ਸਾਰਾ ਫਿਕਸ ਕਰਤਾ। ਪਰ ਮੈਨੂੰ ਨੰਦਾ ਹੋਮ ਮਿਨਿਸਟਰ ਸੀ, ਉਹ ਸਾਡੇ ਖਿਲਾਫ ਸੀ। ਮੈਨੂੰ ਅਜੇ ਤੱਕ ਇਹ ਵੀ ਨਹੀਂ ਸਮਝ ਆਈ, ਮੈਨੂੰ ਜੇ ਤੁਸੀਂ ਸਮਝਾ ਸਕੋ ਨਹਿਰੂ ਦਰਅਸਲ ਖਿਲਾਫ ਕਿਉਂ ਸੀ। ਚਲੋ ਸ਼ਾਸਤਰੀ ਬਾਰੇ ਤੇ ਇਹ ਸੀਗਾ ਨਾ ਕਿ ਵੱਡਾ ਇਤਿਹਾਸ ਹੈ, ਇੱਕ ਦਿਨ ਟਪਕੋ, ਇਹ ਬੜਾ ਵੱਡਾ ਇਤਿਹਾਸ ਹੈ ਕਿ ਨਹਿਰੂ ਅਕਾਲੀਆਂ ਦੇ ਹੱਕ ਚ ਹੋ ਕੇ ਖਿਲਾਫ ਕਿਉਂ ਹੋਇਆ। ਇਹ ਬੜਾ ਵੱਡਾ ਇਸ਼ੂ ਹੈ। ਨਹਿਰੂ ਸਾਡੇ ਲਈ ਕੈਦ ਹੁੰਦਾ ਹੈ ਜੈਤੋ ਮੋਰਚੇ ਚ ਜੀ। ਨਹਿਰੂ ਸਾਰੇ ਪਰਾਮਿਸ ਨਹਿਰੂ ਹੀ ਕਰਦਾ ਹੈ ਜੀ। ਨਹਿਰੂ ਜਿਹਦਨ ਆਜ਼ਾਦੀ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਰਾਤੋਂ ਰਾਤ ਆਉਂਦਾ ਜੀ ਮਾਸਟਰ ਜੀ ਨੂੰ ਮਿਲਣ, ਸਭ ਕੁਝ ਕਰਕੇ। ਤੇ ਨਹਿਰੂ ਪਹਿਲਾ ਹੈ ਜਿਹਨੇ ਤਾਰਾ ਸਿੰਘ ਅਰੈਸਟ ਹੋਣ ਦਾ ਆਰਡਰ ਦਿੰਦਾ। ਵੇਖੋ ਫਰਵਰੀ 48 ਚ ਮਾਸਟਰ 49 ਚ ਮਾਸਟਰ ਅਰੈਸਟ ਹੁੰਦਾ ਵਿਦਨ 2 ਈਅਰ। ਬਿਲਕੁਲ ਠੀਕ ਹੈ। ਉਦੋਂ ਤੋਂ ਨਹਿਰੂ ਨਾਲ ਲੜਾਈ ਪੈ ਗਈ। ਨਹੀਂ, ਮੈਂ ਤੁਹਾਡੇ ਕੋਲ ਇਹ ਸਮਝੂੰਗਾ। ਅੱਜ ਆਪਾਂ ਇਹਨੂੰ ਛੱਡ ਦਿੰਨੇ ਆ, ਇਹ ਚੈਪਟਰ ਅਸੀਂ ਟੱਚ ਕਰਕੇ ਮੈਨੂੰ ਉਹੀ ਕਿਹਾ ਕਿ ਇਹਨੂੰ ਆਪਾਂ ਛੱਡ ਦਿੰਨੇ ਆ, ਕਿਉਂਕਿ ਨਹਿਰੂ ਜਿਹੜਾ ਕਿ ਬਾਕੀ ਸਾਰਿਆਂ ਲਈ ਮੰਨ ਗਿਆ ਕਿ ਭਾਸ਼ਾ ਆਧਾਰਿਤ ਸੂਬੇ ਬਣ ਜਾਣ, ਜਦੋਂ ਪੰਜਾਬ ਦੀ ਵਾਰੀ ਆਉਂਦੀ ਆ ਉਦੋਂ ਹਰ ਵਾਰੀ ਉਹ ਨਾ ਨੁੱਕਰ ਕਰਦਾ। ਇੰਦਰਾ ਗਾਂਧੀ, ਨਹਿਰੂ ਇਹਦੇ ਚ ਬਹੁਤ ਵੱਡਾ ਪ੍ਰਤਾਪ ਸਿੰਘ ਕੈਰੋਂ ਦਾ ਰੋਲ ਹੈ। ਅੱਛਾ, ਕੈਰੋਂ ਔਰ ਨਹਿਰੂ ਇੱਕ ਚੀਜ਼ ਸੀ। ਕੈਰੋਂ ਨੇ ਕਹਿੰਦਾ ਸੀ ਮੈਂ ਨਹੀਂ ਬਣਨ ਦੇਣਾ, ਓਕੇ, ਉਹ ਕਨਵਿੰਸ ਕਰਾਉਂਦਾ ਸੀ। ਹਾਂ, ਚਲੋ ਆਪਾਂ ਇਹਨੂੰ ਇਸ ਚੈਪਟਰ ਨੂੰ ਪੂਰੇ ਨੂੰ ਇੱਕ ਵਾਰੀ ਵੱਖਰਾ ਰੱਖ ਲੈਂਦੇ ਆ। ਪਰ ਲੌਂਗੋਵਾਲ ਦੀ ਜਿਹੜੀ ਗਲਤੀ ਨਹੀਂ, ਮੈਨੂੰ ਥੋੜਾ ਜਿਹਾ ਇਹਦੇ ਚ ਦਿਲਚਸਪੀ ਇੰਨੀ ਆ ਜਿਹੜੀ ਆਪਾਂ ਨਾਲ, ਕਿਉਂਕਿ ਜੁੜ ਜਾਊਗਾ ਬਈ ਜਦੋਂ ਸ਼ਾਸਤਰੀ ਤਾਂ ਮੰਨਦਾ ਹੈ ਸਿੱਖਾਂ ਦੀ ਬਹਾਦਰੀ ਜਦੋਂ ਲੜਾਈ ਹੁੰਦੀ ਹੈ, ਠੀਕ ਹੈ ਜੀ। ਔਰ 65 ਦੀ ਲੜਾਈ ਦੇ ਵਿੱਚ ਸ਼ਾਸਤਰੀ ਇਸ ਗੱਲ ਦੇ ਉੱਤੇ ਮੰਨ ਗਿਆ ਸੀ ਵੀ ਸਾਨੂੰ ਬਚਾ ਲਿਆ ਸਿੱਖਾਂ ਨੇ, ਇਹਨਾਂ ਨੂੰ ਆਪਾਂ ਮਦਦ ਕਰਨੀ ਹੈ। ਔਰ ਉਸ ਤੋਂ ਬਾਅਦ ਇੰਦਰਾ ਗਾਂਧੀ ਇਹ ਪੰਜਾਬੀ ਸੂਬਾ ਬਣਾਉਣ ਲਈ ਸਹਿਮਤੀ ਦੇ ਦਿੰਦੀ ਹੈ। ਚਲੋ ਇਹ ਤਾਂ ਹੈ। ਔਰ ਉਹਦੇ ਵਿੱਚ ਸਾਜ਼ਿਸ਼ ਕਰਕੇ ਸਾਡੇ ਕੋਲੋਂ, ਸਾਡੇ ਲੀਡਰਾਂ ਦੀ ਕਮੀ ਕਰਕੇ ਸਭ ਕੁਝ ਹੋ ਜਾਂਦਾ। ਹੁਣ ਜਿਹੜੀ ਗੱਲ ਅੱਗੇ ਆਉਂਦੀ ਹੈ ਕਿ ਜਦੋਂ ਇਹ ਸਮਝੌਤਾ ਹੁੰਦਾ ਲੌਂਗੋਵਾਲ ਤੇ ਰਾਜੀਵ ਦੇ ਵਿੱਚ, ਉਦੋਂ ਰਾਜੀਵ ਗਾਂਧੀ ਇਸ ਸਮਝੌਤੇ ਨੂੰ ਸਿੱਖਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੇ ਨਜ਼ਰੀਏ ਤੋਂ ਕਰ ਰਿਹਾ ਸੀ ਜਾਂ ਚਲਾਕੀ ਨਾਲ ਕਰ ਰਿਹਾ ਸੀ? ਕਮਜ਼ੋਰ ਲੀਡਰ ਦੇ ਨਾਲ ਸਮਝੌਤਾ ਹੋ ਰਿਹਾ ਸੀ, ਔਰ ਕਮਜ਼ੋਰ ਲੀਡਰ ਵਿਜ਼ਨਰੀ ਵੀ ਨਹੀਂ ਸੀ, ਔਰ ਸਿੱਖਾਂ ਦੇ ਜਿਹੜੇ ਇਹ ਮੌਕਾ ਸੀ ਕਿ ਇਹਨਾਂ ਨੂੰ ਕੁਝ ਮਿਲ ਜਾਂਦਾ, ਉਹ ਵੀ ਨਹੀਂ ਮਿਲਿਆ। ਰਾਦਰ ਉਹ ਆਪਣੀ ਜਾਨ ਤੋਂ ਹੱਥੋਂ ਬੈਠਾ। ਵੇਖੋ ਤੁਹਾਡੀ ਰਾਏ ਹੈ, ਮੇਰੀ ਰਾਏ ਹੈ ਆਪਣੀ। ਹਾਂਜੀ, ਕਿ ਰਾਜੀਵ ਗਾਂਧੀ ਜਦੋਂ ਬਣਿਆ, ਵੇਖੋ ਉਹ ਬਣ ਗਿਆ 65 ਵਿੱਚ ਪ੍ਰਾਈਮ ਮਿਨਿਸਟਰ ਜੀ। ਜਿੰਦਰਾ ਮਰੀ ਹੈ ਜਾ ਕੇ 64 ਦੇ ਅਕਤੂਬਰ 84 ਚ, ਹਾਂ 84 ਹਾਂਜੀ। ਉਹ ਬਣਨ ਤੋਂ ਬਾਅਦ ਇਲੈਕਸ਼ਨ ਕਰਾ ਕੇ ਦੁਬਾਰਾ ਜਨਵਰੀ ਚ ਪ੍ਰਾਈਮ ਮਿਨਿਸਟਰ ਬਣਦਾ। ਹਾਂਜੀ, ਤੇ ਉਸ ਤੋਂ ਬਾਅਦ ਉਹਨੇ 85 ਨੰਬਰ ਚ ਉਹਨੇ ਬਣਨ ਤੋਂ ਬਾਅਦ ਸੋਚਿਆ ਮੈਂ ਕਿ ਉਹਦੇ ਸਾਹਮਣੇ 2 ਇਸ਼ੂ ਸੀ, ਇੱਕ ਅਸਾਮ ਦਾ, ਇੱਕ ਪੰਜਾਬ ਦਾ। ਉਹਨਾਂ ਦੋਨਾਂ ਦੀ ਸੁਲ੍ਹਾ ਕੀਤੀ ਜੀ। ਅਸਾਮ ਮੂਵਮੈਂਟ 4 ਸਾਲ ਚੱਲੀ ਹੈ ਸਟੂਡੈਂਟ, ਸਾਰਾ ਹਿੰਦੁਸਤਾਨ ਹਿਲ ਗਿਆ, ਸਾਰਾ ਅਸਾਮ ਬੰਦ ਕਰ ਗਿਆ, ਪੈਟਰੋਲ ਤੇਲ ਬੰਦ ਕਰਤਾ, ਲੱਕੜਾਂ ਬੰਦ ਕਰਤੀਆਂ, ਬਹੁਤ ਵੱਡੀ ਫਾਈਟ ਸੀ। ਉਹਨੇ ਉਹ ਵੀ ਸੁਲ੍ਹਾ ਕਰਾਈ। ਉਹਨਾਂ ਨੇ ਉਹਨਾਂ ਸਟੂਡੈਂਟ ਨੂੰ ਮਾਲਕ ਬਣਾਤਾ, ਸਰਕਾਰ ਹੀ ਉਹਨਾਂ ਨੂੰ ਦੇ ਦਿੱਤੀ ਜੀ। ਦੂਜਾ ਉਹ ਪੰਜਾਬ ਦੀ ਵੀ ਸੁਲ੍ਹਾ ਅਰਜਨ ਸਿੰਘ ਨੂੰ ਭੇਜਿਆ ਇਸੇ ਕੰਮ ਲਈ। ਅਰਜਨ ਸਿੰਘ ਦੀ ਚਲਾਕੀ ਹੋਈ ਕਿ ਅਰਜਨ ਸਿੰਘ ਜੋ ਗਾਈਡ ਕਰ ਦਿੱਤਾ ਸੀ ਰਾਜੀਵ, ਉਹ ਮੰਨਦਾ ਸੀ ਜੀ। ਤੇ ਅਰਜਨ ਸਿੰਘ ਨੇ ਜਦੋਂ ਇਹ ਐਗਰੀਮੈਂਟ ਕਰਵਾਇਆ, ਉਹ ਇੱਕ ਬੜੀ ਲੰਬੀ ਹੈ। ਸਭ ਤੋਂ ਪਹਿਲਾਂ ਉਹਨੇ ਬਾਕੂ ਲਿਆ, ਗੁਰਨਾਮ ਸਿੰਘ ਦਾ ਮੁੰਡਾ, ਉਹ ਰਿਲੇਟਿਵ ਸੀ ਉਹਨਾਂ ਦਾ, ਗੁਰਬੀਰ ਬਾਕੂ ਜੀ। ਉਹਦੇ ਨਾਲ ਵਿਸ਼ੂਜੀਤ ਆਇਆ,
ਉਹਨਾਂ ਨੇ ਦੱਸਿਆ ਵੀ ਮੈਂ ਇਹ ਮੇਰੀ ਸਕੀਮ ਹੈ, ਤੇ ਬਈ ਉਹਨਾਂ ਕਿਹਾ ਜੀ ਸਕੀਮ ਹੈ ਤੇ ਲੌਂਗੋਵਾਲ ਨਾਲ ਗੱਲ ਕਰੋ। ਫਿਰ ਉਹ ਲੌਂਗੋਵਾਲ ਨੂੰ ਮਿਲਣ ਦੇ ਰਸਤੇ ਲੱਭੇ। ਸਭ ਤੋਂ ਪਹਿਲਾਂ ਪ੍ਰਿਤੀਪਾਲ ਸਿੰਘ ਕਪੂਰ ਲੱਭਿਆ, ਦੂਜਾ ਡਾਕਟਰ ਅਤਰ ਸਿੰਘ ਲੱਭਿਆ, ਉਹ 2 ਜੋੜੇ, ਤੀਜਾ ਬਰਜਿੰਦਰ ਸਿੰਘ ਅਜੀਤ ਅਖਬਾਰ ਜੀ। ਇਹ 3 ਬੰਦੇ ਲੌਂਗੋਵਾਲ ਨੂੰ ਮਨਾਉਣ ਚ ਲੱਗੇ। ਠੀਕ ਹੈ ਕਿ ਲੌਂਗੋਵਾਲ ਅਗਰੀ ਕਰੇ। ਤੇ ਫਿਰ ਬਲਵੰਤ ਸਿੰਘ ਦੇ ਬਰਨਾਲਾ ਜਿਹੜੇ ਇਹ ਦੋਨੋਂ ਅਤਰ ਸਿੰਘ ਦੇ ਸਭ ਕੋ ਨੇੜੇ ਸਨ ਜੀ। ਇਹ ਫਿਰ ਚੌਕੇ ਸਾਰਾ ਬਣ ਗਿਆ। ਬਰਜਿੰਦਰ ਦਾ ਰੋਲ ਤੇ ਸੀ ਲੌਂਗੋਵਾਲ ਨੂੰ ਖਾਲੀ ਕਨਵਿੰਸ ਕਰਾਉਣਾ। ਸੋ ਅਰਜਨ ਸਿੰਘ ਇਹ ਪਲੇ ਕੀਤਾ। ਫਿਰ ਲੌਂਗੋਵਾਲ ਦਾ ਜਿਹੜਾ ਇਹ ਸਾਰਾ ਐਗਰੀਮੈਂਟ ਬਾਦਲ ਟੋੜਾ ਹੌਲੀ ਹੌਲੀ ਪਿੱਛੇ ਹੋ ਗਏ। ਪਰ ਜਿਹੜਾ ਰਾਜੀਵ ਗਾਂਧੀ ਦੀ ਸਿੰਸੈਰਿਟੀ ਸੀ, ਪਰ ਸਵਾਲ ਨੈਗੋਸ਼ੀਏਸ਼ਨ ਦਾ। ਅਸੀਂ ਸਿੱਖ ਫੇਲ ਹੁੰਦਾ ਨੈਗੋਸ਼ੀਏਸ਼ਨ ਚ ਜੀ, ਨਾਂ ਦੀ ਟੇਬਲ ਨੈਗੋਸ਼ੀਏਸ਼ਨ ਅਸੀਂ ਫੇਲ ਹੋ ਗਏ। ਸਵਾਲ ਹੈ ਕਿ ਕਿਹੜੀ ਕਲਾਸ ਪਾਈ ਇਸ ਐਗਰੀਮੈਂਟ ਚ। ਨਹੀਂ, ਮੇਰਾ ਫਿਰ ਇੱਥੇ ਇੱਕ ਸਵਾਲ ਹੈ। ਦੇਖੋ, ਜਦੋਂ ਲੌਂਗੋਵਾਲ ਨੂੰ ਮਨਾਇਆ ਜਾ ਰਿਹਾ ਸੀ ਉਦੋਂ ਬਾਕੀ ਲੀਡਰਸ਼ਿਪ ਨੂੰ ਪਾਸੇ ਰੱਖ ਲਿਆ ਗਿਆ, ਜਿਹੜੀ ਲੌਂਗੋਵਾਲ ਦੇ ਸਮਾਨਾਂਤਰ ਓਡੇ ਹੀ ਕੱਦ ਵਾਲੀ ਸੀਗੀ, ਜੇ ਚਟੌੜਾ ਤੇ ਬਾਦਲ ਸੀਗੇ। ਇਹਦੇ ਵਿੱਚ ਬਰਨਾਲਾ ਔਰ ਜਦੋਂ ਤੁਸੀਂ ਕਹਿੰਦੇ ਹੋ ਕਿ ਇਹਦੇ ਵਿੱਚ ਤੁਸੀਂ ਆਪਣੇ ਜਿਹੜੇ ਤੈਅ ਕੀਤੇ ਉਹਦੇ ਵਿੱਚ ਅਤਰ ਸਿੰਘ ਔਰ ਪ੍ਰਿਤੀਪਾਲ ਸਿੰਘ ਕਪੂਰ, ਬਰਜਿੰਦਰ ਸਿੰਘ ਹਮਦਰਦ ਨੂੰ ਪਾਸੇ ਵੀ ਰੱਖ ਲਓ, ਬਰਨਾਲਾ ਵੀ ਸਿਆਣੇ ਸੀ, ਇਹ ਸਾਰੇ ਬੰਦੇ, ਔਰ ਬਲਵੰਤ ਸਿੰਘ ਵੀ ਸਿਆਣੇ ਸੀ। ਇਹ 'ਚ ਕੋਈ ਦੋ ਰਾਵਾਂ ਨਹੀਂ ਮੰਨੇ ਜਾਂਦੇ ਵੀ ਇਹ ਲੋਕ ਪੋਲੀਟੀਕਲੀ ਕਾਫੀ ਚੁਸਤ ਚਲਾਕ ਸੀਗੇ ਔਰ ਹਿਸਟਰੀ ਦੇ ਵੀ ਗਿਆਤਾ ਸੀਗੇ ਸਾਰੇ। ਇਹਨਾਂ ਨੇ ਫਿਰ ਮੇਨ ਜਿਹੜੀ ਅਸਲ ਲੋੜ ਸੀ ਉਸ ਸਮੇਂ ਦੀ ਨੈਗੋਸੀਏਸ਼ਨ ਦੇ ਵਿੱਚ ਕਮੀ ਕਿੱਥੇ ਰੱਖੀ? ਇਹਨਾਂ ਦੇ ਆਪਣੇ ਨਿੱਜ ਸੀ। ਇਹ ਰਾਜੀਵ ਗਾਂਧੀ ਕੋਲੋਂ ਮਤਲਬ ਲੈਣਾ ਚਾਹੁੰਦੇ ਸੀ, ਨਿੱਜ, ਜਿਵੇਂ ਆਮ ਤੌਰ 'ਤੇ ਮੰਨਿਆ ਜਾਂਦਾ ਕਿ ਮਨਮੋਹਨ ਸਿੰਘ ਤੋਂ ਵੀ ਸਾਡੀ ਲੀਡਰਸ਼ਿਪ ਜਿਹੜੀ ਆ ਉਹ ਆਪਣੇ ਨਿੱਜੀ ਕੰਮ ਲੈਣ ਜਾਂਦੀ ਰਹੀ, ਜਿਹੜੇ ਕੌਮ ਦੇ ਕੰਮ ਸੀ ਉਹ ਆਪਾਂ ਕਰਾਏ ਨਹੀਂ। ਔਰ ਉਹਨਾਂ ਨੇ ਇੱਥੇ ਇੱਕ ਯੂਨੀਵਰਸਿਟੀ 'ਚ ਸਾਫ਼ ਕਹਿ ਦਿੱਤਾ ਸੀ ਬਾਦਲ ਸਾਹਿਬ ਨੂੰ ਕਿ ਤੁਸੀਂ ਤਾਂ ਹਮੇਸ਼ਾ ਕੰਮ ਲੈਣ ਹੀ ਆਉਂਦੇ ਰਹੇ ਹੋ ਮੇਰੇ ਕੋਲ ਨਿੱਜੀ। ਸੋ ਮੈਂ ਇਹ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਕਿ ਸਾਡੀ ਲੀਡਰਸ਼ਿਪ ਨੇ ਜਾਣਬੁੱਝ ਕੇ ਮੌਕਾ ਖੰਜਾਇਆ, ਇਹਨਾਂ ਨੇ ਜਾਣਬੁੱਝ ਕੇ ਜਿਹੜਾ ਇਹ ਐਗਰੀਮੈਂਟ ਸੀ, ਜਿਹੜਾ ਇਹ ਅਕਾਰਡ ਸੀ, ਇਹਨੂੰ ਗੈਰ ਪ੍ਰਸੰਗਿਕ ਕਰਤਾ, ਇਹਦੇ ਪੱਲੇ ਹੀ ਕੁਛ ਨਹੀਂ ਛੱਡਿਆ। ਸਵਾਲ ਹੈ ਜੀ, ਇੱਕ ਗੱਲ ਸਮਝ ਲਓ। ਆਪਾਂ ਦੇਖੋ, ਇੱਕ ਤੇ ਹੈ ਜਿਹੜੇ ਹਾਲਾਤ ਉਸ ਵਕਤ ਹਨ ਉਹ ਆਪਾਂ ਅਸੈਸਮੈਂਟ ਕਰ ਰਹੇ ਹਾਂ, ਕਿਉਂਕਿ ਮੈਂ ਵੇਖਦਾ ਰਿਹਾ ਤਾਂ ਮੈਂ ਬੋਲ ਰਿਹਾ। ਬਰਨਾਲਾ ਔਰ ਬਲਵੰਤ ਸਿੰਘ ਇਹ 2 ਇਕੱਠੇ ਸੀ ਜੀ। ਉਹਨਾਂ ਨੇ ਸਾਰੇ ਹਾਲਾਤ ਵਿੱਚ ਦੋਨੋਂ ਨੰਬਰ 1 ਨੰਬਰ 2 ਬਣ ਗਏ ਜੀ। ਇਹ ਸਿੱਖ ਨੁਮਾਇੰਦਾ ਅਕਾਲੀ ਦਲ ਤੇ ਇਕੱਠਾ ਸੀ, ਫਾਇਦਾ ਤੇ ਉਹਨਾਂ ਨੂੰ ਹੋ ਗਿਆ ਨਾ। ਇੰਪ੍ਰੈਸ਼ਨ ਕ੍ਰੀਏਟ ਕਰ ਲਿਆ ਕਿ ਇਹ ਬੜੇ ਪੋਜ਼ਿਟਿਵ ਹੈ, ਦੇ ਆਰ ਨਾਨ ਐਕਸਟ੍ਰੀਮਿਸਟ, ਔਰ ਇਹ ਸਿੱਖਾਂ ਦੀ ਠੀਕ ਲੀਡਰ ਹੈ ਔਰ ਇਹ ਪੰਜਾਬ ਦੇ ਠੀਕ ਲੀਡਰ ਹੋਣਗੇ। ਉਹ ਪ੍ਰੂਵ ਕਰਾਤੇ ਉਹਨਾਂ ਨੇ। ਤੇ ਉਹ ਅਰਜਨ ਸਿੰਘ ਉਹਨਾਂ ਦਾ ਸਪੋਰਟਰ ਸੀ। ਫਾਇਦਾ ਵੀ ਲੈ ਗਏ। ਫਾਇਦਾ ਤੇ ਲੈ ਗਏ ਨਾ ਕਿ ਜਦੋਂ ਇਲੈਕਸ਼ਨ ਹੋਈ ਤੇ ਸਾਰੀਆਂ ਟਿਕਟਾਂ ਬਰਨਾਲਾ ਸਾਹਿਬ ਦੇ ਕਹਿਣ ਤੇ ਦਿੱਤੀਆਂ ਗਈਆਂ। ਅਰਜਨ ਸਿੰਘ ਸਟੇਟ ਟਿਲ ਦੈਟ ਟਾਈਮ ਤਾਂ ਕਿ ਮੈਂ ਇਲੈਕਸ਼ਨ ਕਰਾਵਾਂ ਜੀ। ਇਲੈਕਸ਼ਨ ਦੇਖੋ ਨਾ, ਬਾਦਲ ਸਾਹਿਬ ਹੀ ਐਮਐਲਏ ਬਣੇ, ਟੌੜਾ ਸਾਹਿਬ ਹੀ ਨਾਲ ਸਾਰੇ ਸਭ ਬਣੇ ਨਾ। ਮੈਂ ਜਦੋਂ ਇਲੈਕਸ਼ਨ ਹੋਈ ਬਰਨਾਲਾ ਇਲੈਕਟਡ ਐਜ਼ ਲੀਡਰ ਤੇ ਬਾਦਲ ਸਾਹਿਬ ਦੇਖਦੇ ਰਹਿ ਗਏ। ਬਕਾਇਦਾ ਚੋਣ ਹੋਈ, ਉਹਦੇ ਸੁਰਜੀਤ ਬਰਨਾਲਾ ਪਾਰਟੀ ਲੀਡਰ ਇਲੈਕਟ ਹੋਏ। ਕਦੇ ਟੌੜਾ ਸਾਹਿਬ ਵੈਸੇ ਐਮਐਲਏ, ਕਦੇ ਟੌੜਾ ਸਾਹਿਬ ਐਮਐਲਏ ਬਣੇ ਵੈਸੇ ਨਾ? ਕਦੇ ਨਹੀਂ, ਪਰ ਟੌੜਾ ਸਾਹਿਬ ਹਰ ਮੀਟਿੰਗ 'ਚ ਬਹਿੰਦੇ ਸੀ ਜੀ। ਟੌੜਾ ਸਾਹਿਬ ਸੀਨੀਅਰ ਲੀਡਰ, ਹਰ ਪਾਰਟੀ ਅਸੈਂਬਲੀ ਪਾਰਟੀ ਦੀ ਮੀਟਿੰਗ ਸ਼ਾਮਲ ਸਨ। ਅੱਛਾ, ਤਾਰਾ ਸਿੰਘ, ਹਾਂ, ਜਿੰਨੀਆਂ ਮੀਟਿੰਗਾਂ ਹੁੰਦੀਆਂ ਟੌੜਾ ਸਾਹਿਬ ਨਾਲ ਬਹਿੰਦੇ ਸੀ। ਇਹ ਗੱਲ, ਇਹ ਸਾਰਾ ਰਿਕਾਰਡ ਦੇਖ ਲਓ ਜੀ। ਟੌੜੇ ਦੀ ਪੋਜੀਸ਼ਨ ਬਹੁਤ ਵੱਡੀ ਸੀ, ਲੇਕਿਨ ਜਦੋਂ ਕੈਬਨਿਟ ਬਣੀ ਬਾਦਲ ਬਾਹਰ ਕੱਢਤਾ ਜੀ। ਸੋ ਇਹ ਇੱਕ ਨਵਾਂ ਪ੍ਰੋਸੈਸ ਹੋ ਗਿਆ। ਪਰ ਦੂਜਾ ਜਿਹੜਾ ਵੇਖੋ, ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਲੌਂਗੋਵਾਲ ਡੈਥ ਹੋ ਗਈ, ਇਸ ਕਰਕੇ ਲੌਂਗੋਵਾਲ ਦਾ ਤਾਂ ਸਰੋਂ ਉਤਰ ਗਈ ਗੱਲ ਕਿ ਉਹ ਗਏ ਚਲੇ ਗਏ। ਇਹ ਕਿੰਨੇ ਖਤਮ ਹੋ ਗਈ, ਕਿੰਨੇ ਦਿਨਾਂ ਬਾਅਦ ਡੈਥ ਹੁੰਦੀ ਹੈ ਜੀ? ਇਹ 20 ਮਹੀਨੇ ਦੇ ਅੰਦਰ ਫਿਊ ਮੰਥਸ, ਮੈਂ ਕਿਹਾ 2 ਮਹੀਨੇ ਵੀ ਨਹੀਂ, 2 ਮਹੀਨੇ। ਹਾਂ, ਉਹ ਮੈਂ ਕਿਹਾ ਨਾ, ਲੌਂਗੋਵਾਲ ਨੂੰ ਜਰਸੀਆਂ ਜਾਣ ਦੇ ਕਿਉਂ ਭੇਜਿਆ? ਬਿਲਕੁਲ ਠੀਕ ਹੈ। ਮੈਂ ਉਹੀ ਕਹਿਣਾ, ਉਹ ਬੜੀ ਵੱਡੀ ਸਾਜ਼ਿਸ਼ ਹੋਈ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਜਿਨ੍ਹਾਂ ਬੰਦਿਆਂ ਨੇ ਭੇਜਿਆ ਮੈਂ ਜਾਣਦਾ। ਗਿੱਲ ਨੇ ਉਹਨਾਂ ਨੂੰ ਕਿਹਾ ਵੀ ਜੀ ਲੌਂਗੋਵਾਲ ਤੁਹਾਡਾ ਖਾਸ ਹੈ, ਇਹਨੂੰ ਭੇਜੋ, ਫਲਾਣੇ ਪੰਥ ਤੇ ਜਾਣਾ। ਉਹ ਲੌਂਗੋਵਾਲ ਜੀ ਦਿੱਲੀ ਰਹਿੰਦੇ ਸਨ। ਨਹੀਂ, ਪਰ ਮੈਨੂੰ ਇਹ ਨਹੀਂ ਸਮਝ ਆਈ ਕਿ ਚਲੋ ਠੀਕ ਹੈ, ਬਾਅਦ ਦੇ ਵਿੱਚ ਉਹਦੇ ਉੱਤੇ ਜਿੰਨਾ ਮਰਜ਼ੀ ਵਿਵਾਦ ਹੁੰਦਾ ਜਾਵੇ, ਪਰ ਜਦੋਂ ਇੱਕ ਪ੍ਰਧਾਨ ਮੰਤਰੀ ਨਾਲ
ਸਮਝੌਤਾ ਕਰਨ ਵਾਲਾ ਲੀਡਰ ਔਰ ਦੌਰ ਵੀ ਉਹ ਖਤਰਨਾਕ ਸੀ, ਉਹਨੂੰ ਪ੍ਰੋਪਰ ਸਿਕਿਉਰਿਟੀ ਕਿਉਂ ਨਾ ਦਿੱਤੀ ਗਈ, ਜਾਂ ਉਹ ਲੈਣ ਤੋਂ ਮਨਾ ਕਰਦੇ ਸੀਗੇ? ਉਹ ਤਾਂ ਬਹੁਤ ਨਹੀਂ ਨਾ ਦਿੱਤੀ ਨਾ ਮਨਾ ਲਈ, ਇਹ ਗੱਲ ਤਾਂ ਹੈ ਹੀ ਨਹੀਂ ਸੀ ਕੋਈ। ਇਹ ਤਾਂ ਗਵਰਨਮੈਂਟ ਆਪ ਕਰਦੀ ਹੈ ਨਾ ਜੀ, ਗਵਰਨਮੈਂਟ ਪੁੱਛ ਕੇ ਸਿਕਿਉਰਿਟੀ ਦਿੰਦੀ ਹੈ। ਹਾਂ, ਉਹ ਤਾਂ ਥ੍ਰੈਟ ਪਰਸੈਪਸ਼ਨ ਅੰਕਿਆ ਜਾਂਦਾ ਜੀ। ਹਾਂ, ਜਿੰਨਾ ਦੇ ਸਵਾਲ ਹੈ, ਜਿਹੜਾ ਥ੍ਰੈਟ ਪਰਸੈਪਸ਼ਨ ਹੈ ਉਹ ਤਾਂ ਸਰਕਾਰ ਆ, CID ਵੇਖਦੀ ਹੈ। CID ਫੇਲ ਹੋ ਗਈ। ਨਹੀਂ ਫੇਲ ਹੋ ਗਈ, ਜਾਂ ਉਹਨਾਂ ਨੇ ਨਹੀਂ ਮੈਨੂੰ ਇਹ ਵੀ ਸਮਝਣਾ ਹੈ ਕਿ ਕਿਹੜੀਆਂ ਧਿਰਾਂ ਸੀ। ਕੀ ਅਕਾਲੀ ਲੀਡਰਸ਼ਿਪ ਵੀ ਲੌਂਗੋਵਾਲ ਨੂੰ ਰਸਤੇ 'ਚੋਂ ਪਾਸੇ ਦੇਖਣਾ ਚਾਹੁੰਦੀ ਸੀ, ਜਾਂ ਸਰਕਾਰ ਵੀ ਚਾਹੁੰਦੀ ਸੀ ਵੀ ਇਹ ਬੰਦਾ ਨਾ ਇਹ ਖਾੜਕੂਆਂ ਨੇ। ਹਾਂ, ਦੇਖੋ ਜੀ, ਬੜੇ ਲੋਕ ਖਾੜਕੂਆਂ ਨੇ ਮਾਰੇ। ਮਾਸਟਰ ਸਿੰਘ ਲੜਕੀ ਕਿਉਂ ਮਾਰੀ? ਉਹ ਛੱਡੋ, ਗਿਆਨੀ ਪ੍ਰਤਾਪ ਸਿੰਘ ਜਿਹੜਾ ਜਥੇਦਾਰ ਅਕਾਲ ਤਖਤ ਲਾਂਗੈਸਟ ਪੀਰੀਅਡ ਰਿਹਾ 47 ਚ ਵੀ ਉਹ ਸੀ, ਉਹ ਖਾੜਕੂਆਂ ਨੇ ਮਾਰਿਆ। ਸੋ ਇਹ ਛੱਡੋ, ਇਹ ਬੜੇ ਲੋਕ ਖਾੜਕੂਆਂ ਨੇ ਉਹ ਵੀ ਮਾਰੇ ਜਿਹੜੇ ਸਿੱਧੇ ਸਿੱਖਾਂ ਦੇ ਲੀਡਰ ਸਨ। ਮੈਂ ਸਹਿਮਤ ਹਾਂ ਤੁਹਾਡੇ ਨਾਲ, ਪਰ ਮੈਂ ਇਹ ਕਹਿੰਦਾ ਕਿ ਉਹਨਾਂ ਨੂੰ ਸਿਕਿਉਰਿਟੀ ਦੇਣੀ ਜ਼ਿੰਮੇਵਾਰੀ ਕਿਹਦੀ ਸੀ, ਜਦੋਂ ਕਿ ਖੇਡ ਹੀ ਹਥਿਆਰਾਂ ਦਾ ਹੋ ਰਿਹਾ ਸੀ, ਖੂਨ ਦੀ ਹੋਲੀ ਖੇਡੀ ਜਾ ਰਹੀ ਸੀ, ਔਰ ਇੱਕ ਬੰਦੇ ਨੂੰ ਤੁਸੀਂ ਸਮਝੌਤਾ ਕਰਨ ਤੋਂ ਬਾਅਦ ਖੁੱਲਾ ਛੱਡ ਦਿੰਦੇ ਹੋ। ਮੇਰੀ ਹਮਦਰਦੀ ਕੋਈ ਲੌਂਗੋਵਾਲ ਨਾਲ ਨਹੀਂ ਹੈ, ਮੇਰੀ ਹਮਦਰਦੀ ਕਿਸੇ ਹੋਰ ਧਿਰ ਨਾਲ ਨਹੀਂ, ਪਰ ਉਹਨੂੰ, ਉਸ ਬੰਦੇ ਨੂੰ ਤੁਸੀਂ ਸਟੇਟ ਨੇ ਸਿਕਿਉਰਿਟੀ ਕਿਉਂ ਨਾ ਦਿੱਤੀ? ਇਹ ਪੰਜਾਬ ਗਵਰਨਮੈਂਟ ਦੀ ਗਲਤੀ ਹੈ, ਅਰਜਨ ਸਿੰਘ ਦੀ ਗਲਤੀ ਹੈ। ਉਹਨੂੰ ਤਾਂ ਪੂਰੀ ਸਿਕਿਉਰਿਟੀ ਚਾਹੀਦੀ ਸੀ। ਜਦੋਂ ਪਤਾ ਹੈ ਕਿ ਪਬਲਿਕ ਹੋਸਟਾਈਲ ਹੈ ਤੇ ਫਿਰ CID ਉਹ ਕਰਦੀ ਕੀ ਹੈ? ਦੇਖੋ ਨਾ, ਪਬਲਿਕ ਹੋਸਟਾਈਲ ਹੋ ਗਈ ਉਦੋਂ ਹੀ, ਕਿਉਂਕਿ ਜੇ ਟੋੜਾ ਬਾਦਲ ਖਿਲਾਫ ਬੋਲਣ ਲੱਗ ਗਏ ਤੇ ਸੰਤ ਵਿਚਾਰਾ ਵੀ ਇੱਕ ਪਾਸੇ ਪਰ ਚੁੱਪ ਹੋ ਗਿਆ। ਇਹ ਕੀ ਹੋ ਗਿਆ? ਬਿਲਕੁਲ ਠੀਕ ਹੈ। ਸੰਤ ਦੀ ਨਾ, ਦੇਖੋ ਆਪਾਂ ਗੱਲ ਬੜੀ ਚੰਗੀ ਕਰ ਰਹੇ ਆ। ਜਦੋਂ ਸ਼ਾਸਤਰੀ ਜੀ ਪ੍ਰਾਈਮ ਮਿਨਿਸਟਰ ਤਾਸ਼ਕੰਦ ਗਏ ਜੀ, 65 ਦੀ ਜੰਗ ਜਿੱਤ ਕੇ ਹਾਰ ਆਏ। ਬਿਲਕੁਲ। ਜਿੱਤਣ ਤੋਂ ਬਾਅਦ ਇੱਕ ਐਗਰੀਮੈਂਟ ਕਰ ਲਿਆ ਪਾਕਿਸਤਾਨ ਨਾਲ, ਰੂਸ ਨੇ ਕਰਾਤਾ, ਸਾਈਨ ਕਰਕੇ ਰਾਤੀ ਮਰ ਗਏ। ਅਫਸੋਸ ਸੀ ਮਰ ਗਏ ਵੀ ਮੈਂ ਗਲਤ ਕਰਾਇਆ। ਸ਼ਾਸਤਰੀ ਡਾਈਡ ਆਫ ਹਾਰਟ ਅਟੈਕ ਕਿ ਜਦੋਂ ਉਹਦੀ ਵੋਟੀ ਨੇ ਕਿਹਾ ਜੀ ਰੌਲਾ ਪੈ ਗਿਆ ਇੱਥੇ ਇੰਡੀਆ ਤੁਹਾਡੇ ਖਿਲਾਫ, ਵੀ 65 ਦੀ ਜੰਗ ਜਿੱਤ ਕੇ ਇਲਾਕੇ ਸਾਰੇ ਵਾਪਸ ਕਰਤੇ। ਤੁਹਾਨੂੰ ਲੱਗਦਾ ਉਹ ਸੈਂਸਿਟਿਵ ਇਨਸਾਨ ਸੀਗਾ ਜਾਂ ਉਹਦੇ ਨਾਲ ਵੀ ਸਾਜ਼ਿਸ਼ ਹੋਈ? ਨਹੀਂ ਉਹਦੇ ਆਪ ਮਰਿਆ ਨਾ। ਵੀ ਰਸ਼ੀਆ ਨੇ ਐਗਰੀਮੈਂਟ ਕਰਾਇਆ, ਅਮਰੀਕਾ ਨੇ ਨਹੀਂ ਕਰਾਇਆ, ਰਸ਼ੀਆ ਨੇ ਕਰਾਇਆ ਜੀ। ਦੈਟ ਐਗਰੀਮੈਂਟ ਪਾਕਿਸਤਾਨ ਇੰਡੀਆ ਦਾ, ਸ਼ਾਸਤਰੀ ਦਾ, ਰਸ਼ੀਆ ਨੇ ਕਰਾਇਆ। ਤਾਸ਼ਕੰਦ ਕਰਾਇਆ ਜੀ। ਤਾਸ਼ਕੰਦ ਉਹਨਾਂ ਦੇ ਅੰਡਰ ਸੀ। ਕੁਦਰਤੀ ਉਹਨਾਂ ਦਿਨਾਂ ਦੇ ਵਿੱਚ ਭਾਰਤ ਦੇ ਰਿਸ਼ਤੇ ਰਸ਼ੀਆ ਨਾਲ ਜ਼ਿਆਦਾ ਅੱਛੇ ਸੀਗੇ ਬਸ। ਸੋ ਉਹਨਾਂ ਨੇ ਕਰਾਤਾ ਪਾਕਿਸਤਾਨ ਨੂੰ ਸਾਰਾ ਸਿਆਲਕੋਟ ਦਾ ਇਲਾਕਾ। ਕਮਾਲ ਹੈ, ਮੈਂ ਆਪ ਗਿਆ, ਜਨਰਲ ਸਪੈਰੋ ਨੇ ਜਿੱਤ ਕੇ ਇਲਾਕਾ ਜੀ ਸਿਆਲਕੋਟ ਸ਼ਹਿਰ ਦੇ ਨੇੜੇ ਪਹੁੰਚ ਗਏ ਸੀ। ਲਾਹੌਰ ਦਾ ਲਈ ਛੋਗਿਲ ਨਹਿਰ ਤੇ ਬੈਠੇ ਸੀ ਅਸੀਂ। ਮੈਂ ਤੇ ਇਲਾਕਾ ਵੇਖਿਆ ਸਾਰਾ। ਮੈਂ ਉਦੋਂ ਨਾ ਜਨਰਲ ਭਗਤ ਸਿੰਘ ਦਾ ਹੈਡਕੁਆਟਰ ਅੰਬਾਲੇ ਹੁੰਦਾ ਸੀ, ਮੈਂ DPO ਅੰਬਾਲਾ ਸੀ। ਮੈਂ ਤੇ ਸਾਰਾ ਇਲਾਕਾ ਘੁੰਮਿਆ, ਸਪੈਰੋ ਦੇ ਨਾਲ ਘੁੰਮਿਆ। ਆਪਾਂ ਇਹਨਾਂ ਮੁੱਦਿਆਂ ਤੇ ਡਿਟੇਲ ਗੱਲ ਕਰਾਂਗੇ, ਪਰ ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਹੈ, ਸਮਝੌਤਾ ਸਿਰੇ ਚੜ ਜਾਂਦਾ ਹੈ, ਤੇ ਉਸ ਤੋਂ ਬਾਅਦ ਰੌਲਾ ਪੈਣਾ ਪੰਜਾਬ 'ਚ ਸ਼ੁਰੂ ਹੋ ਜਾਂਦਾ, ਉਸ ਤੋਂ ਬਾਅਦ ਰਾਜੀਵ ਗਾਂਧੀ ਨਾਲ ਤੁਹਾਡੀ ਗੱਲਬਾਤ ਹੋਈ ਇਹਨਾਂ ਮੁੱਦਿਆਂ ਤੇ ਕਦੀ, ਖਾਸ ਤੌਰ ਤੇ ਅਕਾਰਡ ਨਾਲ? ਦੇਖੋ, ਰਾਜੀਵ ਗਾਂਧੀ ਦਾ ਟੈਸਟ ਸੀਗਾ 26 ਜਨਵਰੀ ਨੂੰ ਚੰਡੀਗੜ੍ਹ ਜਾਣਾ। ਬਰਨਾਲਾ CM ਬਣ ਗਿਆ। ਰਾਜੀਵ ਗਾਂਧੀ ਨੇ ਇਲੈਕਸ਼ਨ ਕਰਾਤੀ, ਕਾਂਗਰਸ ਹਾਰ ਗਈ। ਉਹਨੂੰ ਸਵਾਲ ਕੀਤਾ ਜੀ ਆਪਨੇ ਐਂਟੀ ਕਾਂग्रेस किया? वो कहता मैंने एंटी प्रो इंडिया किया है। कांग्रेस हारे जीते, मैंने इंडिया जिताना, इसलिए मैं बरनाला जी को मुबारकबाद देता हूँ। ओपन ऐलान किया। कांग्रेस हार गई, अकाली जित गए। वो कहता मैं खुश हूँ कि पंजाब में जो हुआ। सो वो ठीक अपने लाइन से खड़ा सी। ਹੁਣ ਉਸ ਤੋਂ ਬਾਅਦ ਬਰਨਾਲਾ ਜੀ ਦਾ ਢਿੱਲਾਪਣ ਵੀ ਸਵਾਲ ਚੰਡੀਗੜ੍ਹ ਮਿਲਣਾ ਸੀ ਉਸ ਐਗਰੀਮੈਂਟ 'ਚ 26 ਜਨਵਰੀ ਨੂੰ ਅਗਲੀ ਨੂੰ ਜੀ। ਉਹਦੀ ਤਿਆਰੀ ਹੋ ਰਹੀ ਸੀ, ਰਾਤੋਂ ਰਾਤ ਹੋਣਾ। ਤੇ ਬਰਨਾਲਾ ਜੀ ਨੇ ਜੇ ਰਾਤੀ ਉਹਨਾਂ ਨੂੰ ਅਸਤੀਫਾ ਦੇ ਦਿੰਦੇ ਤੇ ਸਵੇਰੇ ਚੰਡੀਗੜ੍ਹ ਮਿਲ ਗਿਆ ਸੀ। ਨਹੀਂ, ਉਹਦੇ ਵਿੱਚ ਜ਼ਿਆਦਾ ਰੋਲ ਪਲੇ ਕੀਤਾ ਹਰਿਆਣੇ ਦੀ ਕਾਂਗਰਸੀ ਲੀਡਰਸ਼ਿਪ ਨੇ ਕਿ ਨਹੀਂ? ਕਰੋ ਜੀ। ਦੇਖੋ ਆਪਾਂ ਕਿਸੇ ਦਾ ਕਿਉਂ ਦੋਸ਼ ਦਈਏ? ਹਰਿਆਣਾ ਕਿਉਂ ਚਾਹੁੰਦਾ ਹੈ ਚੰਡੀਗੜ੍ਹ ਜਾਵੇ? ਉਹ ਨੈਚੁਰਲੀ ਉਹਨਾਂ ਦਾ ਜ਼ੋਰ ਲਾਣਾ ਹੀ ਸੀ। ਨਹੀਂ, ਜਦੋਂ ਰਾਜੀਵ ਗਾਂਧੀ ਆਪਣੇ ਲਾਈਨ ਤੇ ਕਾਇਮ ਸੀ। ਉਹ ਹੀ ਵਾਂਟਡ ਟੂ ਕੈਰੀ ਆਨ। ਜੇ ਪ੍ਰਧਾਨ ਮੰਤਰੀ ਚਾਹੁੰਦਾ ਸੀ ਤੇ ਫਿਰ ਅਕਾਲੀ ਪਾਰਟੀ ਬੈਠ ਗਈ। ਨਹੀਂ, ਜੇ ਪ੍ਰਧਾਨ ਮੰਤਰੀ ਚਾਹੁੰਦਾ ਸੀ ਤੇ ਉਹਨੂੰ ਬਰਨਾਲੇ ਦੇ ਅਸਤੀਫੇ ਦੀ ਵੇਟ ਕਿਉਂ ਕਰਨੀ ਚਾਹੀਦੀ ਵੀ ਹੁਣ ਅਸੀਂ ਮਨਾ ਕਰੀਏ? ਤੇ ਕੋਈ ਇਹਦਾ ਜੋ ਦੇਖੋ, ਜੋ ਗਵਰਨਮੈਂਟ ਦੀਆਂ ਗੱਲਾਂ, ਇਹ ਮੈਂ ਹੁਣ ਆਈ ਕਾਂਟ ਡਿਫੈਂਡ, ਆਈ ਕਾਂਟ ਸੇ ਵਾਟ ਵਾਈ ਵਾਂਟਡ। ਸਵਾਲ ਆਮ ਸਾਰੇ ਇੰਡੀਆ 'ਚ ਸੀ ਕਿ 25 ਰਾਤ ਨੂੰ ਐਲਾਨ ਹੋਏਗਾ, ਨਹੀਂ ਤਾਂ ਬਰਨਾਲਾ ਰਿਜ਼ਾਈਨ ਕਰੇਗਾ। ਇਹ ਅਸੀਂ ਵੀ ਰਾਸ਼ਟਰਪਤੀ ਭਵਨ 'ਚ ਉਡੀਕ ਰਹੇ ਸੀ, ਅਸਤੀਫਾ ਆਇਆ ਕਿ ਆਇਆ।
ਨਹੀਂ, ਪਰ ਇਸ ਤੋਂ ਪਹਿਲਾਂ ਭਾਰਤ ਸਰਕਾਰ ਇਹ ਕਿਉਂ ਕਹਿ ਦਿੰਦੀ ਹੈ ਐਲਾਨ ਕਰਕੇ ਰਾਜੀਵ ਗਾਂਧੀ ਆਖਰੀ ਮੂਮੈਂਟ ਤੇ ਵੀ ਸਾਡੀਆਂ ਮਜਬੂਰੀਆਂ ਨੇ ਜੀ, ਸਾਨੂੰ ਥੋੜੀ ਦੇਰ ਟਾਲਣਾ ਪੈਣਾ, ਇਹ ਗੱਲ ਨਿਕਲ ਕੇ ਬਾਹਰ ਆਉਂਦੀ ਰਹੀ ਹੈ ਵੀ ਅਸੀਂ ਇਹ ਜਿਹੜਾ ਐਲਾਨ ਇਹਨੂੰ ਸਿਰੇ ਨਹੀਂ ਚਾੜ ਸਕਦੇ। ਇਹ ਕਿਉਂ ਭਾਰਤ ਸਰਕਾਰ ਨੂੰ ਆਪਣੇ ਕਦਮਾਂ ਤੋਂ? ਰੰਧਾਵਾ ਜੀ, ਇਹ ਪੰਜਾਬ ਦੀ ਬਦਕਿਸਮਤੀ ਹੈ ਹਾਂ ਕਿ ਏਡਾ ਵੱਡਾ ਐਗਰੀਮੈਂਟ ਹੋ ਕੇ ਚੋਂ ਖਟਿਆ ਕੁਝ ਨਹੀਂ। ਬਿਲਕੁਲ, ਲੌਂਗੋਵਾਲ ਆਪਣੀ ਜਾਨ ਵੀ ਗਵਾ ਗਿਆ, ਬਰਨਾਲਾ ਜੀ ਦਾ ਆਪਣੀ ਸਰਕਾਰ ਵੀ ਗਵਾ ਗਏ, ਉਸ ਤੋਂ ਬਾਅਦ ਸਰਕਾਰ ਟੁੱਟੀ ਵੀ। ਆਤੰਕਵਾਦ ਮੁੜ ਕੇ ਆ ਗਿਆ ਪੰਜਾਬ ਵਿੱਚ, ਜ਼ਿਆਦਾ ਲੋਕ ਬਾਅਦ ਵਿੱਚ ਮਰੇ। ਹਾਂ ਬਾਅਦ ਚ ਮਰੇ ਆ ਜੀ, ਸੋਚੋ ਨਾ। ਬਿਲਕੁਲ ਠੀਕ ਹੈ। ਸਵਾਲ ਕੀ ਖਟਿਆ ਸੀ ਲੌਂਗੋਵਾਲ ਅਕਾਰਡ ਚੋਂ? ਗੱਲ ਤਾਂ ਸ਼ੁਰੂ ਹੋਈ। ਸਵਾਲ ਹੈ ਵੀ ਲੌਂਗੋਵਾਲ ਜੀ ਨੇ ਅਕਾਰਡ 'ਚ ਮਿਲਿਆ ਕੀ? ਨਹੀਂ, ਪਰ ਦੂਜੇ ਬੰਨੇ ਲੋਕ ਜਿਹੜਾ ਜੋ ਬਾਹਰ ਆਏ ਨਾ ਦੋਸ਼ੀ ਫੜੇ ਗਏ, ਹੋਇਆ ਕੀ? ਨਹੀਂ ਬਰਨਾਲੇ ਦੀ ਵਜ਼ਾਰਤ। ਨਹੀਂ, ਮੈਂ ਦੂਜੇ ਬੰਨੇ ਇਹ ਸਵਾਲ ਤੁਹਾਡੇ ਤੋਂ ਕਰਨਾ ਚਾਹੁੰਦਾ ਹੈ ਕਿ ਇਹਦੇ ਵਿੱਚ ਹੈ ਕੀ ਸੀ ਮੋਟੀਆਂ ਗੱਲਾਂ, ਪਰ ਮੈਂ ਉਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦਾ ਕਿ 84 ਬਲੂ ਸਟਾਰ ਆਪਰੇਸ਼ਨ ਤੋਂ ਪਹਿਲਾਂ ਵੀ ਅਕਾਲੀ ਲੀਡਰਸ਼ਿਪ ਗੱਲਬਾਤ 'ਚ ਫੇਲ ਹੋਈ। ਉਸ ਤੋਂ ਬਾਅਦ ਜਿਹੜੇ ਪੀਸ ਪ੍ਰੋਸੈਸ ਦੇ ਵਿੱਚ ਇਹ ਰਾਜੀਵ ਗਾਂਧੀ ਲੌਂਗੋਵਾਲ ਅਕਾਰਡ ਹੁੰਦਾ, ਇਸ ਦੌਰ ਦੇ ਵਿੱਚ ਵੀ ਅਕਾਲੀ ਲੀਡਰਸ਼ਿਪ ਫੇਲ ਹੁੰਦੀ ਹੈ ਤੇ ਉਸ ਤੋਂ ਬਾਅਦ ਵੀ ਉਹ ਕਿਸੇ ਤਰ੍ਹਾਂ ਦੀ ਲੀਡਰਸ਼ਿਪ ਦੇਣ 'ਚ ਵੀ ਫੇਲ ਹੁੰਦੀ ਹੈ ਤੇ ਖੜਕੂਵਾਦ ਆ ਜਾਂਦਾ ਤੇ 10 ਸਾਲ ਫਿਰ ਕਾਲੀ ਬੋਲੀ ਰਾਤ ਲੰਘਦੀ ਹੈ, ਪੰਜਾਬ ਦੀ ਇੱਕ ਪੀੜ੍ਹੀ ਖਤਮ ਹੋ ਜਾਂਦੀ ਲਗਭਗ। ਸੋ ਮੈਂ ਸਮਝਣਾ ਚਾਹੁੰਦਾ ਤੁਹਾਡੇ ਕੋਲ ਕਿ ਸਮੇਂ-ਸਮੇਂ ਤੇ ਸਾਨੂੰ ਇੰਨੇ ਕਮਜ਼ੋਰ ਲੀਡਰ ਜਿਹੜੇ ਮਿਲੇ ਨੇ, ਇਹਦੇ ਉੱਤੇ ਕਦੇ ਮੁਲਾਂਕਣ ਨਹੀਂ ਜਾਂ ਕਦੇ ਵੱਡੀਆਂ ਗੱਲਾਂ ਕਦੇ ਨਹੀਂ ਹੋਈਆਂ ਜੀ ਇਹਨਾਂ ਲੋਕਾਂ ਨਾਲ ਵੀ ਕਿ ਕਿੱਥੇ ਫੇਲ ਹੋਏ ਤੁਸੀਂ? ਜੀ ਮੈਂ ਇੱਕ ਮੇਲ ਪੜ੍ਹੀ ਹੈ ਕਿ ਉਹ ਕਹਿੰਦੇ ਜੀ ਸਿੱਖਾਂ ਦਾ ਕਰੈਕਟਰਿਸਟਿਕ ਕੀ ਹੈ। ਉਹ ਕਹਿੰਦੇ ਜੀ ਬੜਾ ਵਧੀਆ ਹੈ ਕਿ ਜਦੋਂ ਕੋਈ ਮਸਲਾ ਆਵੇ ਰੌਲਾ ਪਾਓ, ਜਦੋਂ ਥੋੜੀ ਦੇਰ ਬਾਅਦ ਉਹ ਮਸਲਾ ਖੂਜ ਪਾ ਕੇ ਉਦੋਂ ਠੱਪ ਦਿਓ, ਅਗਲੇ ਦੀ ਉਡੀਕ ਕਰੋ, ਫਿਰ ਆਇਆ ਉਹ ਠੱਪ ਦਿਓ। ਮਸਲਾ ਉੱਥੇ ਰਹਿੰਦਾ, ਹੱਲ ਨਹੀਂ ਕਰਦੇ, ਅਗਲੇ ਦੇ ਉਡੀਕਦੇ ਆ। ਸਵਾਲ ਹੈ ਕਿ ਜਦੋਂ ਲੌਂਗੋਵਾਲ ਐਗਰੀਮੈਂਟ ਹੋਇਆ ਉਸੇ ਵਕਤ ਚੰਡੀਗੜ੍ਹ ਵਿੱਚ ਪੈ ਸਕਦਾ ਸੀ। ਬਿਲਕੁਲ, ਐਗਰੀਮੈਂਟ 'ਚ ਜਿਹੜੀ ਸਾਡੀਆਂ ਡਿਮਾਂਡ ਕੀ ਸੀ, ਧਰਮ ਯੁੱਧ ਕੀ ਸੀ, ਉਹ ਧਰਮ ਯੁੱਧ ਕਿਹੜੀ ਕਲਾਸ ਪਾਈ ਉਹਦੇ 'ਚ ਜੀ? ਸਵਾਲ ਆਪਾਂ ਦੋਨੋਂ ਨਾ, ਧਰਮ ਯੁੱਧ ਵੇਖ ਲਓ ਡਿਮਾਂਡ ਤੇ ਲੌਂਗੋਵਾਲ ਅਕਾਰਡ ਕਿਹੜੀ ਆਈਟਮ ਪਈ? ਕੋਈ ਨਹੀਂ, ਸਵਾਏ ਕਿ ਅਸੈਂਬਲੀ ਇਲੈਕਸ਼ਨ ਹੋਏਗੀ, ਇਲੈਕਸ਼ਨ ਹੋਈ। ਸਵਾਲ ਇਹ ਹੈ ਕਿ ਵੀ ਇਹ ਜਿਹੜੀ ਗੱਲ ਜਿਹੜੀ ਹੈ ਲੌਂਗੋਵਾਲ ਸਾਹਿਬ ਫੇਲ ਹੋਏ ਬੁਰੀ ਤਰ੍ਹਾਂ, ਬਈ ਇਹ ਉੱਥੇ ਐਗਰੀਮੈਂਟ ਕਹਿੰਦੇ ਮੈਂ 2 ਦਿਨ ਰੁਕਦਾ ਜੀ, ਇਹ ਕਲਾਸਾਂ ਪਾਓ ਪਹਿਲਾਂ। ਹਾਂ, ਸਵਾਲ ਹੈ ਕਿਹੜੀ ਕਲਾਸ ਦੱਸ ਦਿਓ ਨਾ। ਮਨੀ ਉਹ ਇਲੈਕਸ਼ਨ ਨੇ ਵੀ ਤੇ ਕਿਹੜਾ ਕੋਈ ਫਾਇਦਾ, ਇਲੈਕਸ਼ਨ ਨੇ ਕਿਹੜਾ ਕੋਈ ਫਾਇਦਾ ਕੀਤਾ? ਜਿਹੜੇ ਹੈ ਲੌਂਗੋਵਾਲ ਸਾਹਿਬ ਵਿਜ਼ਨਰੀ ਨਹੀਂ ਸਨ, ਨਾ ਨੈਗੋਸ਼ੀਏਟਰ ਸਨ, ਨਾ ਟੇਬਲ ਟਾਕਰ ਸਨ। ਬਸ ਇਹ ਮੈਂ ਉਹਨਾਂ ਨੂੰ ਆਪ ਦੇਖਿਆ। ਬਿਲਕੁਲ ਠੀਕ ਹੈ ਤੁਹਾਡੀ ਗੱਲ। 1975 'ਚ ਜਿਹੜਾ ਗੁਰੂ ਤੇਗ ਬਹਾਦਰ ਯਾਤਰਾ ਨਿਕਲੀ ਨਾ ਅਨੰਦਪੁਰ ਸਾਹਿਬ ਤੋਂ 300 ਸਾਲਾ, ਉਦੋਂ ਐਮਰਜੈਂਸੀ ਲੱਗੀ ਸੀ ਤੇ ਲੌਂਗੋਵਾਲ ਸਾਹਿਬ ਨੂੰ ਪੰਜਾਬ ਸਰਕਾਰ ਨੇ ਅਰੈਸਟ ਨਹੀਂ ਸੀ ਕੀਤਾ, ਟੋੜਾ ਬਾਦਲ ਜੇਲ੍ਹ 'ਚ ਐਮਰਜੈਂਸੀ ਜੀ। ਤੇ ਇਹ ਯਾਤਰਾ ਸ਼ੁਰੂ ਹੋਈ ਅਨੰਦਪੁਰ ਸਾਹਿਬ ਤੋਂ ਦਿੱਲੀ ਗਈ ਤੇ ਮੈਂ ਉਹ ਜਿਹੜੀ ਜੀਪ ਸੀ ਲੌਂਗੋਵਾਲ ਦੀ ਮੈਂ ਵੀ ਨਾਲ ਹੀ ਬੈਠ ਕੇ ਗਿਆ ਜੀ ਤੇ ਮੈਂ 3 ਦਿਨ ਨਾਲ ਹੀ ਰਿਹਾ। ਤੇ ਜਦੋਂ ਦਿੱਲੀ ਆਏ, ਦਿੱਲੀ ਇੰਦਰਾ ਗਾਂਧੀ ਆਈ ਉਸ ਸਟੇਜ ਤੇ, ਜਿਹੜਾ 300 ਸਾਲਾਂ ਦੀ ਸਟੇਜ ਹੋਈ ਹੈ ਉਹ ਹੋਈ ਹੈ ਰਾਮਲੀਲਾ ਗਰਾਊਂਡ ਜੀ। ਉੱਥੇ ਇੰਦਰਾ ਗਾਂਧੀ ਤੇ ਲੌਂਗੋਵਾਲ ਦੋਨੋਂ ਪ੍ਰਧਾਨ ਸਨ ਜੀ। ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ ਸੀ, ਕਿਰਪਾਲ ਸਿੰਘ ਚੱਕ ਸ਼ੇਰੇਵਾਲਾ ਪ੍ਰਧਾਨ SGPC, ਇਹ ਵੀ ਨਾਲ ਬੈਠੇ। ਤੇ ਉੱਥੇ ਮੈਂ ਉੱਥੇ ਹੀ ਦੇਖ ਲਿਆ ਵੀ ਉੱਥੇ ਕਬਜ਼ਾ ਸਾਰਾ ਕਾਂਗਰਸ ਦਾ ਹੋ ਗਿਆ, ਲੌਂਗੋਵਾਲ ਜੀ ਬੈਠੇ ਵੇਖ ਰਹੇ। ਕਮਜ਼ੋਰ ਲੀਡਰ ਸੀ, ਬਹੁਤ ਕਮਜ਼ੋਰ ਲੀਡਰ ਸੀ। ਮੈਂ ਉਹੀ ਕਹਿ ਰਿਹਾ, ਜਦੋਂ ਉੱਥੇ ਮੈਂ ਆਪ ਬੈਠਾ, ਮੈਂ ਵੀ ਸਟੇਜ ਤੇ ਬੈਠਾ, ਮੇਰੀ ਫੋਟੋ ਹੈ, ਮੈਂ ਬੈਠਾ ਕੋਲ, ਮੈਂ ਉੱਥੇ ਵੇਖ ਲਿਆ ਵਿਚਾਰੇ ਤੇ ਭਗਤ ਪੂਰੇ ਸੰਤ ਮਹਾਤਮਾ। ਨਹੀਂ, ਮੈਂ ਹੁਣ ਜੇ ਦੁਬਾਰਾ ਉਸ ਗੱਲ ਤੇ ਆਵਾਂ ਕਿ ਬੜੇ ਸਾਲ ਤੱਕ ਕਿਸੇ ਨੇ ਚਿਮਟੇ ਨਾਲ ਵੀ ਲੌਂਗੋਵਾਲ ਨੂੰ ਨਹੀਂ ਛੂਹਿਆ, ਨਾ ਅਕਾਲੀ ਦਲ ਨੇ, ਨਾ ਕਿਸੇ ਹੋਰ ਨੇ, ਸ਼੍ਰੋਮਣੀ ਕਮੇਟੀ ਨੇ, ਕਾਂਗਰਸ ਨੇ ਵੀ ਨਹੀਂ, ਤੇ ਇੱਕ ਤਰ੍ਹਾਂ ਨਾਲ ਉਹ ਲਵਾਰਸ ਹੋ ਗਏ ਆਪਣੀ ਮੌਤ ਤੋਂ ਬਾਅਦ। ਫਿਰ ਥੋੜ੍ਹੀ ਦੇਰ ਬਾਅਦ ਹੌਲੀ ਹੌਲੀ ਉਹਨਾਂ ਦਾ ਸਮਾਗਮ ਹੋਣਾ ਸ਼ੁਰੂ ਹੋ ਜਾਂਦਾ। ਅੱਜ 2 ਸਮਾਗਮ ਹੋ ਰਹੇ ਸੀਗੇ, ਅੱਜ ਇੱਕ ਸਮਾਗਮ, ਹਾਂਜੀ ਮੁਕਾਬਲਾ ਹੁੰਦਾ। ਅੱਜ ਬੀਜੇਪੀ ਬੈਠੀ ਹੋਈ ਹੈ, ਅੱਜ ਬੀਜੇਪੀ ਉੱਥੇ ਬੈਠੀ ਆ, ਦਿੱਲੀ ਕਮੇਟੀ ਬੈਠੀ ਆ, ਸਿਰਸਾ ਕਾਲਕਾ ਬੈਠਿਆ, ਉੱਥੇ ਪ੍ਰਬੰਧ ਕੀਤਾ ਹੋਇਆ ਪਰਮਿੰਦਰ ਸਿੰਘ ਢੀਂਡਸਾ ਔਰ ਸੁਖਦੇਵ ਸਿੰਘ ਢੀਂਡਸਾ ਨੇ। ਦੂਜੇ ਬੰਨੇ ਅਕਾਲੀ ਪੂਰਾ ਜ਼ੋਰ ਲਾ ਰਿਹਾ, ਸ਼੍ਰੋਮਣੀ ਕਮੇਟੀ ਪੂਰਾ ਜ਼ੋਰ ਲਾ ਰਹੀ ਹੈ। ਹੁਣ ਸੰਤ ਨੂੰ ਕੌਣ ਅਪਣਾ ਰਿਹਾ ਇਸ ਵੇਲੇ? ਸੰਤ ਕਿਹਦਾ ਹੈ? ਲੌਂਗੋਵਾਲ ਨੂੰ, ਲੌਂਗੋਵਾਲ ਦੀ ਵਿਰਾਸਤ ਕੌਣ ਹੈ, ਕਿਹੜੇ ਧਿਰਾ? ਇਹ ਸਵਾਲ ਆ। ਕੌਣ ਹੁਣ ਉਸ ਤਰ੍ਹਾਂ ਦੀ ਰਾਜਨੀਤੀ ਨੂੰ ਕਿਹੜਾ ਬੰਦਾ ਪ੍ਰਵਾਨਗੀ ਦੇਣਾ ਚਾਹੁੰਦਾ ਹੈ? ਇੱਕ ਤਾਂ ਇਹ ਸਵਾਲ ਹੈ। ਸਵਾਲ ਹੈ ਜੀ, ਸ਼ਰਧਾਂਜਲੀ ਮੈਂ ਵੀ ਦੇਣਾ, ਤੁਸੀਂ ਵੀ ਦਿੰਦੇ ਹੋ, ਕਿਉਂਕਿ ਉਹ ਸ਼ਹੀਦ ਹੋਏ, ਡੈਥ ਹੋਈ 84 ਜੋ
ਕੌਮ ਦੇ ਲੀਡਰ ਸਨ। ਬਹੁਤ ਵੱਡੀ ਸੇਵਾ। ਮੈਂ ਤਾਂ ਇਸ ਗੱਲ ਦਾ ਦੱਸ ਦਿੰਦਾ ਕਿ ਲੌਂਗੋਵਾਲ ਦਾ ਜੀਵਨ ਬੜਾ ਸੱਚਾ ਸੁੱਚਾ, ਬਹੁਤ ਜੀਵਨ ਵਧੀਆ ਸੀ। ਇਲਾਕੇ ਦੀ ਸੇਵਾ, ਲੌਂਗੋਵਾਲ ਗੁਰਦੁਆਰੇ ਅੰਮ੍ਰਿਤ ਛਕਾਉਣੇ ਬੜੀ ਵੱਡੀ ਗੱਲ ਹੈ। ਉਹ ਸਾਰੀਆਂ ਆਪਾਂ ਉਹਨਾਂ ਦੀ ਸਿਫਤ ਨਹੀਂ ਮੈਂ ਤੁਹਾਡੇ ਨਾਲੋਂ ਡਿਫਰ ਕਰਦਾ ਹਾਂ। ਮੈਂ ਉਹਨਾਂ ਨੂੰ ਇੱਕ ਗ੍ਰੰਥੀ ਸਿੰਘ ਵਜੋਂ ਜਾਂ ਇੱਕ ਧਾਰਮਿਕ ਆਗੂ ਵਜੋਂ ਤਾਂ ਮੰਨ ਸਕਦਾ। ਸਿਆਸੀ ਤੌਰ ਤੇ ਉਹਨਾਂ ਨੇ ਧਰੋਹ ਕਮਾਏ ਆ ਜੀ, ਕਿਉਂਕਿ ਸਮਝ ਤੋਂ ਬਿਨਾਂ ਜਾ ਕੇ ਲੀਡਰ ਬਣ ਜਾਣਾ ਕਿੱਥੋਂ ਦੀ ਸਿਆਣਪ ਜੀ। ਦੋ ਆਏ ਸਾਡੇ ਕੋਲ, ਸੰਤ ਫਤਿਹ ਸਿੰਘ ਤੇ ਲੌਂਗੋਵਾਲ ਜੀ। ਇਹਨਾਂ ਦੋਵਾਂ ਦੇ ਕਿਤਾਬ ਲਿਖੀ ਜਾਂਦੀ ਵੀ ਦਿਨ ਦੇ ਕੀ ਗਏ ਸਾਨੂੰ। ਪਹਿਲਾ ਸੰਤ ਫਤਿਹ ਸਿੰਘ ਕਿਆ ਆਡੰਬਰ ਰਚੇ ਉਹਨੇ। ਮੈਂ ਮਰਨ ਵਰਤ ਰੱਖਣਾ ਦਵਾ ਗਿਆ ਚੰਡੀਗੜ੍ਹ। ਬਿਲਕੁਲ। ਹੁਣ ਕੁੰਡ ਬਣਾ ਲੈ ਸਾਰੀ ਦੁਨੀਆ ਵਰਲਡ ਕਿਆ ਕਿ ਬਸਣਾਗਾ। ਕਿੱਧਰ ਗਿਆ ਚੰਡੀਗੜ੍ਹ? ਕਿਉਂ ਨਾ ਸੰਤ ਦਵਾ ਗਿਆ, ਮਰਿਆ ਕਿਉਂ ਨਹੀਂ? 2 ਵਾਰੀ ਉਹਨੇ ਮਰਨ ਵਰਤ ਰੱਖੇ। ਉਹ ਭਰਾਵਾਂ ਕੁੰਡ ਬਣਾਤੇ, ਕਾਲ ਤਖਤ ਤੇ ਅਸੀਂ ਸਾਰੀ ਬੇਅਦਬੀ ਆਪ ਸਹੀ। ਬਿਲਕੁਲ। ਤਾਂ ਕੀ ਨਿਕਲਿਆ? ਕੀ ਦੇ ਗਿਆ ਕੌਮ ਨੂੰ? ਸਾਡੇ ਤਾਂ ਕਮਾਲ ਇਹ ਹੈ ਕਿ ਇਸ ਰਾਜ ਨੇ ਦਰਸ਼ਨ ਸਿੰਘ ਫੇਰੂਮਾਨ ਮਰਿਆ, ਉਹਨੂੰ ਜਲੂਸ ਨਹੀਂ ਕਰਨ ਦਿੱਤਾ। ਇਸ ਅਕਾਲੀ ਰਾਜ ਨੇ, ਗੁਰਨਾਮ ਸਿੰਘ ਚੀਫ ਮਿਨਿਸਟਰ ਨੇ ਕਿਹਾ ਬੈਂਸ DCC KS ਅੰਮ੍ਰਿਤਸਰ ਜਦੋਂ ਡੈਥ ਹੋਈ ਹੈ ਚੁੱਪ ਕਰਕੇ ਲੈ ਜਾਓ, ਜਾ ਕੇ ਸੰਸਕਾਰ ਕਰ ਦਿਓ, ਕੋਈ ਬੰਦਾ ਨਾਲ ਨਾ ਜਾਏ। ਪਰ ਸਾਡੇ ਲੋਕਾਂ ਨੇ ਉਹਦੇ ਭੋਗ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪਹੁੰਚ ਕੇ ਸਾਬਤ ਵੀ ਕੀਤਾ ਹੈ ਕਿ ਅਸੀਂ ਉਸ ਬੰਦੇ ਦੇ ਨਾਲ ਆ ਜਿਹੜਾ ਅਸਲ ਸ਼ਹੀਦ ਹੈ। ਮੇਰਾ ਮਤਲਬ ਹੈ ਬਰਾੜੇ ਵਾਲਾ ਗਿਆਨ ਸਿੰਘ, ਸਰ ਕਪੂਰ ਸਿੰਘ, ਇਹ ਅਰੈਸਟ ਕਰ ਲਏ। ਇਹ ਉੱਥੇ ਫੇਰੂਮਾਨ ਪਿੰਡ ਨਹੀਂ ਜਾਣ ਦਿੱਤੇ ਜੀ। ਜਿਹੜਾ ਫੇਰੂਮਾਨ ਦਾ ਅਕਾਲੀ ਦਲ ਨੇ ਇਹ ਮੁੱਲ ਪਾਇਆ, ਅਕਾਲੀ ਸਰਕਾਰ ਹੈ। ਪਰ ਮੈਨੂੰ ਤਾਂ ਸੰਕਟ ਇਸ ਗੱਲ ਦਾ ਲੱਗਦਾ ਹੈ ਕਿ 2 ਮੌਕੇ ਆਏ। ਇੱਕ ਮੌਕਾ ਤਾਂ ਉਹ ਸੀ ਜਦੋਂ 66 ਦੇ ਵਿੱਚ ਪੰਜਾਬ ਬਣਨਾ ਸੀ। ਦਰਅਸਲ ਸਿੱਖ ਬਹੁਲ ਇਲਾਕਾ, ਉਹਦੇ ਵਿੱਚੋਂ ਕਈ ਐਸੇ ਪੰਜਾਬੀ ਬੋਲਦੇ ਇਲਾਕਿਆਂ ਤੋਂ ਲੈ ਕੇ ਰਾਜਧਾਨੀ ਤੋਂ ਵਿਰਵੇ ਹੋ ਗਏ। ਸੰਤ ਨਜ਼ਾਰੇ ਲੈਂਦਾ ਰਿਹਾ ਫਤਿਹ ਸਿੰਘ। ਦੂਜਾ ਮੌਕਾ ਸੀ ਸੰਤ ਹਰਚੰਦ ਸਿੰਘ ਲੌਂਗੋਵਾਲ ਵਾਲਾ, ਕਿ ਜਿਸ ਮੌਕੇ ਤੇ ਸਰਕਾਰ ਨੂੰ ਲੱਗ ਰਿਹਾ ਸੀ ਕਿ ਉਹ ਬਹੁਤ ਭਾਰੀ ਬਲੰਡਰ ਕਰ ਚੁੱਕੀ ਹੈ, ਗਲਤੀ ਕਰ ਚੁੱਕੀ ਆ, ਤੇ ਹੁਣ ਕੰਪਨਸੇਟ ਕੀਤਾ ਜਾਵੇ। ਉਸ ਮੌਕੇ ਨੂੰ ਭੁਨਾਉਣ ਦੀ ਬਜਾਏ ਅਸੀਂ ਉੱਥੇ ਵੀ ਬਹੁਤ ਵੱਡਾ ਧੋਖਾ ਖਾਧਾ, ਤੇ ਉਹਦੀ ਸੂਤਰਧਾਰ ਵਜੋਂ ਬਰਨਾਲਾ ਤੇ ਬਾਕੀ ਲੋਕ ਸੀਗੇ, ਲੇਕਿਨ ਉਹਦਾ ਚਿਹਰਾ ਸੰਤ ਸੀ ਲੌਂਗੋਵਾਲ ਉੱਥੇ ਬੁਰੀ ਤਰ੍ਹਾਂ ਸਿੱਖ ਕੌਮ ਦੇ ਜਿਹੜੇ ਸੁਪਨੇ ਸੀਗੇ ਉਹ ਤੋਂ ਫੇਲ ਹੋਇਆ ਜੀ। ਉਹਨੂੰ ਤੁਸੀਂ 100% ਠੀਕ ਹੋ। 65 ਦੀ ਜੰਗ ਸਿੱਖਾਂ ਦੀ ਜਿੱਤ ਸੀ, ਇੰਡੀਆ ਦੀ ਜਿਤਾਣ ਦੀ ਸਿੱਖਾਂ ਦੀ ਜਿੱਤ ਸੀ। ਉਹਦਾ ਬਦਲਾ ਸ਼ਾਸਤਰੀ ਦੇ ਇੰਦਰਾ ਸਾਨੂੰ ਦੇ ਰਹੀ ਸੀ। ਉਹਦਾ ਬਦਲਾ ਉਹਨਾਂ ਨੇ ਪੰਜਾਬੀ ਸੂਬੇ ਦਿੱਤਾ। ਪਰ ਦੇਣ ਵਕਤ ਲੀਡਰ ਫਤਿਹ ਸਿੰਘ ਉਹਨੇ ਮਰਵਾਤਾ। ਇਹ 84 ਦੀ ਏਡੀ ਵੱਡਾ ਹਜ਼ਾਰਾਂ ਸਿੱਖ ਮਰਨ ਤੋਂ ਬਾਅਦ ਐਗਰੀਮੈਂਟ ਹੋਵੇ ਤੇ ਉਸ ਚੋਂ ਨਿਕਲਿਆ ਕੁਝ ਨਾ ਹੋਵੇ, ਉਹ ਜ਼ਿੰਮੇਵਾਰੀ ਲੌਂਗੋਵਾਲ। ਇਹ ਹੈ 2 ਰਿਜ਼ਲਟ। ਬਿਲਕੁਲ ਠੀਕ ਹੈ। ਪਰ ਹੁਣ ਜਦੋਂ ਅੱਜ ਦੇ ਦਿਨ ਦੇ ਵਿੱਚ ਅਸੀਂ ਬੈਠੇ ਹਾਂ, ਇੱਕ ਤਰ੍ਹਾਂ ਨਾਲ ਹੁਣ ਸਮਾਂ ਆ ਗਿਆ ਜਦੋਂ ਇਤਿਹਾਸ ਨਖੇੜਾ ਕਰਨ ਲੱਗ ਪੈਂਦਾ। ਇੰਨੇ ਕੁ ਸਾਲਾਂ ਬਾਅਦ ਚੀਜ਼ਾਂ ਸਾਫ਼ ਹੋਣ ਲੱਗ ਪੈਂਦੀਆਂ, ਬੰਦੇ ਦੀ ਐਨਕ ਵੀ ਜਰਾ ਸ਼ੁੱਧ ਹੋ ਜਾਂਦੀ ਹੈ। ਇਸ ਵੇਲੇ ਜੇਕਰ ਸੰਤ ਲੌਂਗੋਵਾਲ ਨੂੰ ਇਹ ਲੋਕ ਸ਼ਰਧਾ ਦੇ ਰੂਪ ਦੇ ਵਿੱਚ ਆਪਣਾ ਲੀਡਰ ਮੰਨ ਕੇ ਤੁਰ ਰਹੇ ਆ, ਅੱਜ ਦੇ ਦਿਨ ਦੇ ਵਿੱਚ ਵੀ ਗਵਰਨਮੈਂਟਸ ਨਾਲ ਕੋਈ ਨੈਗੋਸੀਏਸ਼ਨ ਕਰਨੀ ਹੋਵੇ, ਸਾਡੀ ਲੀਡਰਸ਼ਿਪ ਜਿਵੇਂ ਹੁਣ ਜੇ ਢੀਂਡਸਾ ਨੇ ਜਾਂ ਸਿਰਸਾ ਸਾਹਿਬ ਜਾਂ ਬਾਕੀ ਲੋਕ ਸੱਤਾ ਨਾਲ ਬੈਠੇ ਨੇ, ਉਧਰ ਬਾਦਲ ਵੀ ਆਪਣੇ ਆਪ ਨੂੰ ਸੱਤਾ ਨਾਲ ਹੀ ਮੰਨਦੇ ਰਹੇ ਆ। ਸੋ ਇਹਨਾਂ ਦੋਨਾਂ ਦੇ ਕਿਰਦਾਰਾਂ ਵਿੱਚ ਅੰਤਰ ਕਿੰਨਾ ਕਿਹਾ ਕਿ ਸਮਾਂ ਤਾਂ ਸਾਲਾਂ ਦਾ ਦਹਾਕਿਆਂ ਦਾ ਲੰਘ ਗਿਆ, ਪਰ ਇਹਨਾਂ ਦੀ ਸੋਚ ਵਿੱਚ ਕੀ ਅੰਤਰ ਆਇਆ? ਸਵਾਲ ਇਹ ਹੈ ਕਿ ਇਸ ਵੇਲੇ ਐਸਾ ਕੋਈ ਮਸਲਾ ਹੈ ਨਹੀਂ ਕਿ ਸਿੱਖ ਲੀਡਰਸ਼ਿਪ ਨੇ ਸਾਨੂੰ ਕੋਈ ਲੈ ਕੇ ਦੇਣਾ ਹੈ। ਪਰ ਬੜੀ ਕਲੀਅਰ ਹੋ ਜਾਓ। ਹੁਣ ਨਿੱਕੀਆਂ ਗੱਲਾਂ ਜਿਨ੍ਹਾਂ ਵਾਸਤੇ ਲੋਕ ਫਿਰਦੇ ਆ। ਸਵਾਲ ਇਸ਼ੂ ਜਦੋਂ ਹੁੰਦਾ ਕੌਮ ਦਾ, ਕੋਈ ਐਸਾ ਨਾ ਕੋਈ ਮੀਟਿੰਗ ਹੋ ਰਹੀ ਹੈ, ਨਾ ਕੋਈ ਏਜੰਡਾ ਹੈ, ਨਾ ਕੋਈ ਇਸ ਬਾਰੇ ਕੋਈ ਮੀਟਿੰਗ ਚੱਲ ਰਹੀ ਹੈ। ਹੁਣ ਸਵਾਏ ਵੋਟਾਂ ਸੀਟਾਂ ਇਹ ਇਸ ਪਾਸੇ ਚੱਲ ਰਹੀ ਹੈ। ਨਹੀਂ ਸਰ, ਸਵਾਲ ਤਾਂ ਉਹੀ ਹੈ ਜੋ ਲੌਂਗੋਵਾਲ ਨਹੀਂ ਕਰਾ ਸਕੇ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਣ ਦਾ। ਉਹ ਮੁੱਦਾ ਮੁੱਕ ਥੋੜ੍ਹੀ ਗਿਆ। ਜਿਹੜੇ ਮਾਮਲੇ ਉਦੋਂ ਰਹਿ ਗਏ ਅੱਜ ਮੁੱਕ ਥੋੜ੍ਹਾ ਗਏ ਨੇ। ਅੱਜ ਸਗੋਂ ਉਹਦੇ ਵਿੱਚ ਇਜ਼ਾਫਾ ਹੋ ਗਿਆ ਕਿ ਵੱਖ-ਵੱਖ ਮੌਕਿਆਂ ਦੇ ਉੱਤੇ ਜਿਹੜੀਆਂ ਸਿੱਖਾਂ ਨਾਲ ਪ੍ਰੋਮਿਸਿਸ ਸੀਗੀਆਂ, ਹੁਣ ਜੇ ਸ਼੍ਰੋਮਣੀ ਕਮੇਟੀ 'ਚੋਂ ਹਰਿਆਣਾ ਕਮੇਟੀ ਨਿਕਲ ਆਈ ਹੈ ਜੀ, ਚਲੋ ਵੱਖਰੀ ਗੱਲ, ਉਹਨਾਂ ਲੋਕਾਂ ਦਾ ਹੱਕ ਹੈ, ਉਹ ਚਾਹੁੰਦੇ ਅਸੀਂ ਵੱਖਰੇ ਹੋਣਾ, ਹੈ ਸਾਡੇ ਹੀ ਨੇ, ਜੇ ਪ੍ਰਬੰਧ ਵੱਖਰਾ ਹੋ ਜੇ ਮੁਸ਼ਕਿਲ ਨਹੀਂ। ਦੂਜੇ ਬੰਨੇ ਸ਼੍ਰੋਮਣੀ ਕਮੇਟੀ ਦੇ ਐਕਟ ਵਿੱਚ ਤਰਮੀਮ ਪੰਜਾਬ ਸਰਕਾਰ ਕਰ ਗਈ, ਸੋਧ ਕਰ ਗਈ, ਉਹਦੇ 'ਚ ਵਾਧਾ ਕਰ ਗਈ। ਅਜੇ ਤੱਕ ਕੋਈ ਤੈਅ ਹੀ ਨਹੀਂ ਗਾ ਕਿ ਉਹ ਕਰ ਵੀ ਸਕਦੇ ਆ ਕਿ ਨਹੀਂ, ਸਿੱਖਾਂ ਦੀ ਰਾਏ ਤੋਂ ਬਿਨਾਂ ਕੁਝ ਹੋ ਵੀ ਸਕਦਾ ਕਿ ਨਹੀਂ। ਇਹ ਜਿਹੜੇ ਮੁੱਦੇ ਨੇ ਇਹਨਾਂ 'ਚ ਇਜ਼ਾਫਾ ਹੁੰਦਾ ਜਾਂਦਾ, ਪਰ ਲੀਡਰਸ਼ਿਪ ਇਹਨਾਂ ਮਾਮਲਿਆਂ ਦੇ ਵਿੱਚ ਕਦੇ ਇੱਕ ਕਦਮ ਵੀ ਮੋਰਚਾ ਲਾਉਣ ਲਈ ਜਾਂ ਅੱਗੇ ਵਧਣ ਲਈ ਤਿਆਰ ਹੀ ਨਹੀਂ ਹੋਈ।
ਪਰਮਾਤਮਾ ਨਾਵਾ ਜੀ ਮਾਫ ਕਰਿਓ, ਮੈਂ ਕੋਈ ਇਸ ਵਰਬੇ ਆਪਣੀ ਕੋਈ ਬੜਬੜਦੀ ਗੱਲ ਨਹੀਂ ਕਰਦਾ। ਸਵਾਲ ਤੇ ਹੈ ਟੂਡੇ ਤੁਸੀਂ ਬੜੇ ਵੱਡੇ ਐਂਕਰ ਹੋ, ਤੁਸੀਂ ਇੱਕ ਸਵਾਲ ਪਾ ਲਓ ਇਹਨਾਂ 5-4 ਜਿਹੜੇ ਗਰੁੱਪਾਂ ਦੇ ਲੀਡਰ ਕਿ ਤੁਹਾਡੀ ਡਿਮਾਂਡ ਕੀ ਹੈ, ਮੈਨੂੰ ਉਹ ਲਿਖ ਕੇ ਦੇ ਦਿਓ। ਤੁਸੀਂ ਲਿਖਤੀ ਡਿਮਾਂਡ ਤਾਂ ਮੰਗਾਓ, ਫਿਰ ਆਪਾਂ ਬਹਿਸ ਕਰੀਏ। ਵੀ ਇਹ ਤਿੰਨੋਂ ਚਾਰੋਂ ਗਰੁੱਪ ਇਹ ਕਹਿਣ ਜੀ ਵੀ ਅਸੀਂ ਇਸ ਗੱਲ ਦੀ ਲੜਾਈ ਲੜ ਰਹੇ ਹਾਂ, ਸਾਡਾ ਤਾਂ ਇਹ ਏਜੰਡਾ, ਇਹ ਡਿਮਾਂਡ ਹੈ, ਕੋਈ ਮੈਨੂੰ ਲਿਖਵਾ ਕੇ ਦਿਓ ਜੀ। ਮਾਫ ਕਰਿਓ, ਹੁਣ ਗੱਲ ਲੰਬੀ ਹੋਈ ਜਾ ਰਹੀ ਹੈ। ਮੋਦੀ ਜੀ ਨੇ ਇੱਕ ਬੜਾ ਵਾਅਦਾ ਕੀਤਾ ਜੀ ਕਿ ਉਹਨੇ ਸਿੱਖ ਕਨਕਲੇਵ ਸ਼ੁਰੂ ਕੀਤੀ, ਅੱਜ ਤੱਕ ਕਿਸੇ ਪ੍ਰਾਈਮ ਮਿਨਿਸਟਰ ਨੇ ਨਹੀਂ ਕੀਤੀ। ਉਹਦੀਆਂ ਉਹਨੇ 3 ਜਾਂ 4 ਮੀਟਿੰਗਾਂ ਵੀ ਕਰਤੀਆਂ, ਬੜੀ ਵੱਡੀ ਗੱਲ ਹੈ, ਔਰ ਓਪਨ ਕੀਤੀਆਂ, ਸਾਰਿਆਂ ਦੇ ਸਾਹਮਣੇ ਡਿਸਕਸ਼ਨਾਂ ਕੀਤੀਆਂ। ਬੜੀ ਵੱਡੀ ਗੱਲ ਸੀ ਕਿ ਉਹਨਾਂ ਮੀਟਿੰਗਾਂ ਵਿੱਚ ਅਸੀਂ ਆਪਣੀਆਂ ਏਜੰਡਾ ਪੁੱਟ ਕਰੀਏ ਜੀ, ਚਾਹੇ ਉਹ ਅਕਾਲੀ ਦਲ ਦੀਆਂ ਨਹੀਂ ਸਨ, ਸਿੱਖਾਂ ਦੀਆਂ ਸਨ ਜੀ। ਸਟਾਫ ਸਿੱਖ ਇੰਟੈਲੈਕਚੁਅਲ ਗਏ, ਉਹਨਾਂ ਦੇ ਚਾਰਾਂ ਦੀ ਆਪ ਇੱਕ ਸੈਸ ਕਰੋ ਵੀ ਕਿਹੜੀ ਕਿਹੜੀ ਗੱਲ ਕੀਤੀ ਗਈ, ਕਿਸਨੇ ਕੀ ਕਹੀ, ਉਹਦਾ ਕੀ ਕਿਹਾ। ਸਵਾਲ ਤਾਂ ਇਸ਼ੂ ਦੇ ਸਾਹਮਣੇ ਆਵੇ। ਬਿਲਕੁਲ ਠੀਕ ਹੈ। ਮੋਦੀ ਨੇ ਤਾਂ ਇੰਟਰਨੈਸ਼ਨਲ ਕਨਵੈਨਸ਼ਨ ਵੀ ਕਰਤੀ ਕਿ 50 ਆਦਮੀ ਬਾਹਰੋਂ ਹੀ ਬੁਲਾ ਲਿਆ, ਉਹ ਨਾਲ ਵੀ ਮੀਟਿੰਗ ਕਰ ਲਈ। ਸਵਾਲ ਤੇ ਹੈ ਕਿ ਸਰਕਾਰ ਕਰਦੀ ਹੈ, ਅਸੀਂ ਕੀ ਕੀਤਾ। ਬਿਲਕੁਲ ਠੀਕ ਹੈ ਜੀ। ਅਸੀਂ ਕਿਉਂ ਕਹਤਾ ਜੀ ਉਹਦੇ ਜੀ ਏਜੰਟ ਚਲੇ ਗਏ। ਸਵਾਲ ਤੇ ਹੈ ਕਿ ਮੁਲਕ ਦਾ ਪ੍ਰਧਾਨ ਮੰਤਰੀ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਗੱਲ ਬੋਲੋ। ਤੁਹਾਨੂੰ ਯਾਦ ਹੈ ਮੈਂ ਕੀ ਬੋਲਿਆ, ਮੈਂ ਤੁਹਾਨੂੰ ਦਿੱਤਾ ਸੀ, ਤੁਸੀਂ ਸੁਣਾਇਆ ਵੀ ਜੀ। ਜੋ ਤੁਸੀਂ ਗੱਲਾਂ ਕਹਿ ਰਹੇ ਹੋ, ਮੈਂ ਪਹਿਲੀ ਮੀਟਿੰਗਾਂ 'ਚ ਪਹਿਲਾ ਬੁਲਾਰਾ ਮੈਂ ਸੀ, ਮੈਂ ਇਹ ਬੋਲਿਆ ਕਿ ਸਿੱਖਾਂ ਦੀ ਗੱਲ ਆਰੰਭ ਹੁੰਦੀ ਹੈ 47 ਤੋਂ, ਸਾਰੇ ਹੈਰਾਨ ਹੋ ਗਏ। ਮੈਂ ਕਿਹਾ ਜੋ 47 ਸਾਡੇ ਨਾਲ ਹੋਈ ਤੇ ਸਾਨੂੰ ਕੀ ਮਿਲਿਆ, ਏਜੰਡਾ ਸਾਡਾ ਉੱਥੋਂ ਸ਼ੁਰੂ ਹੁੰਦਾ। ਉਹ ਹੈਰਾਨ ਹੋ ਗਿਆ। ਮੈਂ ਕਿਹਾ ਤੁਸੀਂ ਯੂ ਆਰ ਬਾਰਨ ਆਫਟਰ ਦੈਟ, but please learn what were promises to the Sikhs before 47. This is the main ground which is still persisting. ਮੈਂ ਕਿਹਾ ਜੀ ਗੱਲ ਉੱਥੇ ਖੜੀ ਹੈ ਕਿ ਸਿੱਖਾਂ ਦੀ ਜਿਹੜੀ ਬੇਸਿਕ ਲੜਾਈ ਹੈ ਕਿ ਸਾਨੂੰ ਕੁਝ ਬਰਾਮਦ ਹੋਇਆ ਸੀ, ਉਹ ਮਿਲਿਆ ਨਹੀਂ। ਬਿਲਕੁਲ ਠੀਕ ਹੈ। ਮੈਂ ਇਹ ਬੋਲਿਆ ਮੀਟਿੰਗ ਵਿੱਚ। ਔਰ ਦੂਜਾ ਮੈਂ ਕਿਹਾ ਜੀ ਮਰ ਕੇ ਲੋਕ ਸਭ ਹੋ ਗਿਆ, ਅੱਜ ਤੱਕ ਪਾਰਲੀਮੈਂਟ ਰੈਜ਼ੋਲੂਸ਼ਨ ਨਹੀਂ ਆਇਆ ਕਿ ਜੋ ਹੋਇਆ ਗਲਤ ਹੋਇਆ, ਅਸੀਂ ਸ਼ਰਧਾਂਜਲੀ ਦਿੰਦੇ ਹਾਂ। 10 ਸਾਲ ਵਜ਼ੀਰ ਰਹੇ ਬਾਦਲ ਸਾਹਿਬ, ਕਈ ਵਾਰੀ ਕਿਹਾ ਵਿੱਚ ਪਾਰਲੀਮੈਂਟ 'ਚ ਮਤਾ ਪਾਸ ਕਰਾਈਏ। ਮੈਂ ਮੂਵ ਕੀਤਾ ਰੈਜ਼ੋਲੂਸ਼ਨ ਪਾਰਲੀਮੈਂਟ 'ਚ ਕਿ ਪਾਰਲੀਮੈਂਟ ਜਿਹੜੀ ਹੈ ਅਫਸੋਸ ਪ੍ਰਗਟ ਕਰਦੀ, ਉਹ ਮੇਰੀ ਵਾਰੀ ਨਹੀਂ ਆਈ। ਏਜੰਡਾ ਪਿਆ, ਉਹ ਤੁਹਾਨੂੰ ਵੀ ਲਿਖਿਆ। ਸਵਾਲ ਦੇ ਏਜੰਡਾ ਤੇ ਬਣਾਓ, ਇਹਨਾਂ ਪੁੱਛੋ ਚਾਰੋਂ ਗਰੁੱਪਾਂ ਨੂੰ ਕੀ ਡਿਮਾਂਡ ਕੀ ਹੈ। ਤੁਹਾਡੀ ਵਾਰੀ ਨਹੀਂ ਆਈ ਜਾਂ ਜਾਣਬੁੱਝ ਕੇ ਇਸ ਚੀਜ਼ ਤੋਂ ਪਾਸੇ ਦੀ ਲੰਘ ਜਾਏਗਾ। ਸਾਡਾ ਰੋਟੇ ਹਰ ਸ਼ੁੱਕਰਵਾਰ ਹੁੰਦਾ, ਰੋਟੇਸ਼ਨ ਹੁੰਦੀ ਹੈ, ਉਹ ਲਾਟਰੀ ਪੈਂਦੀ ਹੈ ਜੀ। ਇਹ ਮੇਰਾ ਰੈਜ਼ੋਲੂਸ਼ਨ ਲਾਟਰੀ 'ਚ ਆਇਆ ਨਹੀਂ। ਪਹਿਲਾਂ ਤਾਂ ਮੈਨੂੰ 2 ਸਾਲ ਲੱਗੇ ਪਰਮਿਸ਼ਨ ਲੈਣ 'ਚ, ਅਲਾਓ ਨਹੀਂ ਸੀ ਕਰਦੇ। ਅਹਿਮਦ ਅਨਸਾਰੀ ਨੇ ਅਲਾਓ ਕਰਤਾ, ਵਾਈਸ ਪ੍ਰੈਜ਼ੀਡੈਂਟ ਨੇ। ਇਹੋ ਜਿਹਾ ਮਤਾ ਅਲਾਓ ਕਰਨ ਤੋਂ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ। ਤੇ ਤੁਹਾਡੀ ਇਸ ਗੱਲ ਨੂੰ ਕੋਈ ਹੋਰ ਅੱਗੇ ਵਧਾਉਣ ਵਾਲਾ ਬਾਅਦ 'ਚ ਤੁਰਿਆ ਨਹੀਂ, ਕੋਈ ਮੁੜ ਕੇ ਆਇਆ ਹੀ ਨਹੀਂ। ਕਿਸੇ ਨੇ ਕੀਤਾ ਮੁਝੋ, ਮੈਂ ਤੁਹਾਨੂੰ ਕਾਪੀ ਭੇਜ ਦੇਣਾ, ਮੇਰੀ ਡੇਟ ਭੇਜਾਂ ਕਦੋਂ ਮੈਂ ਮੂਵ ਕੀਤਾ ਪਾਰਲੀਮੈਂਟ ਦੇ ਰਿਕਾਰਡ 'ਚ। ਹੁਣ ਵੀ 7 ਬੰਦੇ ਨੇ ਉੱਥੇ। ਮੈਂ ਤਾਂ ਸੈਕਸ਼ਨ 25 ਦਾ ਅਮੈਂਡਮੈਂਟ ਮੈਂ ਹੀ ਮੂਵ ਕੀਤੀ, ਉਹ ਪਈ ਹੈ। ਉਹ 2 ਵਾਰੀ ਵਾਰੀ ਵੀ ਆਈ, ਬਹਿਸ ਨਹੀਂ ਹੋਈ। ਉਹ ਵੀ ਮੈਂ ਹੀ ਮੂਵ ਕੀਤਾ, ਪਿਆ ਰਿਕਾਰਡ ਤੇ। ਕਿਸੇ ਨੇ ਜ਼ਰੂਰਤ ਹੀ ਨਹੀਂ ਕੀਤੀ ਇਸ ਤੋਂ ਬਾਅਦ। ਹੁਣ ਮੈਂ ਪੁੱਛ ਲਓ, ਕਿਸੇ ਮੁੜ ਕੇ MP ਨੇ ਚੁੱਕਿਆ। ਦੋਨੋਂ ਮਤਾ ਦੋਨੋਂ ਮੇਰੇ ਨਾਂ 'ਚ। ਆਨੰਦ ਮੈਰਿਜ ਮੈਂ ਪਾਇਆ, ਮੈंने ਐਕਟ ਬਣਾਇਆ। ਹਿਸਟਰੀ ਪਹਿਲਾ ਰਿਕਾਰਡ ਹੈ, ਪ੍ਰਾਈਵੇਟ ਮੈਂਬਰ ਬਿੱਲ ਐਕਟ ਬਣਿਆ, ਉਹ ਤਰਲੋਚਨ ਸਿੰਘ ਨੇ ਕੋਈ ਬਣਾ ਕੇ ਦਿਖਾਵੇ। ਪ੍ਰਾਈਵੇਟ ਮੈਂਬਰ ਬਿੱਲ ਐਕਟ ਬਣਿਆ, ਇਹ ਵੱਡੀ ਗੱਲ ਹੈ ਮੇਰਾ। ਅਸੀਂ ਮੈਂ ਆਪਣੀ ਤਾਰੀਫਾਂ ਨਹੀਂ ਕਰਦਾ। ਸਵਾਲ ਵਿਜ਼ਨ ਦਾ, ਵਿਜ਼ਨ ਬਾਅਦ ਐਕਸ਼ਨ ਲੈਣ ਦਾ ਨਹੀਂ। ਉਹ ਤਾਂ ਹੈ ਹੀ ਆ। ਹੁਣ ਵੀ ਉਹ ਇੱਕ ਮੁੱਦਾ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਵਾਲਾ ਤੁਸੀਂ ਅੱਗੇ ਵਧਾਇਆ, ਕਾਫੀ ਅੱਗੇ ਵਧਿਆ ਹੋਇਆ। ਔਰ ਤੁਸੀਂ ਉਹ ਜੇ ਉਹਨੂੰ ਇਨੀਸ਼ੀਏਟ ਕਰਦੇ ਹੋ, ਤੁਸੀਂ ਗਵਰਨਰ ਨੂੰ ਮਿਲਦੇ ਹੋ ਜਾ ਕੇ, ਮੰਨ ਲਓ ਤੁਸੀਂ ਜਾਣਦੇ ਹੋ ਵਜਨ ਜ਼ਿਆਦਾ ਟਾਈਮ ਮੈਂ ਪਾਏ, ਕੱਲ ਮੇਲ ਪਾਈ ਉਹਨਾਂ ਨੂੰ ਕਿ ਟਾਈਮ ਦਿਓ, ਕਿਉਂਕਿ ਸਾਰੇ ਟਰਸਟੀ ਹੁਣ ਇਸ ਗੱਲ ਤੇ ਸਹਿਮਤ ਨੇ ਕਿ ਇਹ ਵੱਡੀ ਪ੍ਰਾਪਰਟੀ ਆ, 300-400 ਕਰੋੜ ਦੀ ਹੈ ਤੇ ਇਹ ਕੌਮ ਦੇ ਕੰਮਾਂ ਦੇ ਕੰਮ ਆਵੇ। ਨਹੀਂ ਜੀ, ਜਥੇਦਾਰ ਅਕਾਲ ਤਖਤ ਸਾਹਿਬ ਨੇ ਕੀਤਾ ਜੀ। ਮੈਂ ਤਾਂ ਉਹਨਾਂ ਨੂੰ ਕਿਹਾ ਸੀ ਵੀ ਆ ਕੇ ਤੁਸੀਂ ਬਹਿ ਕੇ ਲਓ, ਕਬਜ਼ਾ ਲਓ, ਕੌਮ ਦੀ ਪ੍ਰਾਪਰਟੀ ਕੌਮ ਕੋਲ ਜਾਏ। ਨਹੀਂ ਤਾਂ ਹੈ ਜੀ, ਪਰ ਮੈਂ ਚਾਹੂੰਗਾ ਅਸੀਂ ਹੁਣ ਜਿਹੜੇ 2-3 ਮੁੱਦੇ ਅੱਗੇ ਜਾ ਕੇ ਅਗਲੇ ਸੈਗਮੈਂਟ 'ਚ ਕਰਾਂਗੇ, ਕਿਉਂਕਿ ਹਿਸਟਰੀ ਆ। ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਜ਼ਾਦੀ ਤੋਂ ਬਾਅਦ, ਉਹਨਾਂ ਨੇ ਕਿਵੇਂ ਸਿੱਖਾਂ ਨਾਲ ਜਾਂ ਇਸ ਖਿੱਤੇ ਨਾਲ, ਪੰਜਾਬ ਨਾਲ ਕਿਵੇਂ ਵਾਅਦਾ ਖਿਲਾਫੀ ਵੀ ਕੀਤੀ ਔਰ ਵਾਅਦੇ ਪੁਗਾਏ ਵੀ ਜੇ ਕਿਤੇ ਹੋਏ। ਔਰ ਇਹ ਅਸੀਂ ਉਹ ਜੰਗਾਂ ਦੇ ਦੌਰਾਨ ਦੇ ਵਿੱਚ ਪ੍ਰਧਾਨ ਮੰਤਰੀ ਜਿਸ ਤਰੀਕੇ ਨਾਲ ਸਿੱਖਾਂ ਨੂੰ ਸਪੋਰਟ ਕਰਨਾ ਚਾਹੁੰਦੇ ਸੀ, ਉਹ ਵੀ ਪਹਿਲੂ। ਔਰ ਹੋਰ ਵੀ ਜਿਹੜੇ ਸੰਤ ਫਤਿਹ ਸਿੰਘ ਤੋਂ ਲੈ ਕੇ ਮਾਮਲੇ ਆ,
ਅਸੀਂ ਕਰਾਂਗੇ, ਪਰ ਮੈਂ ਚਾਹੂੰਗਾ ਕਿ ਆਪਾਂ ਇਸ ਗੱਲਬਾਤ ਦੇ ਵਿੱਚ ਇੰਨਾ ਕੁ ਜ਼ਰੂਰ ਕਲੀਅਰ ਕਰ ਦਈਏ ਕਿ ਕਿਹੜੇ ਉਹ ਅਹਿਮ ਮੁੱਦੇ ਸੀ ਜਿਹੜੇ ਲੌਂਗੋਵਾਲ, ਰਾਜੀਵ ਲੌਂਗੋਵਾਲ ਅਕਾਰਡ 'ਚ ਸੀਗੇ, ਜਿਹੜੇ ਅੱਜ ਵੀ ਰੈਲੇਵੈਂਟ ਆ, ਉਹ ਜ਼ਰੂਰ ਦੱਸ ਦਿਓ ਮੈਨੂੰ। ਚਲੋ ਤੁਸੀਂ ਉਹ ਐਗਰੀ ਦੀ ਕਾਪੀ ਤੁਹਾਨੂੰ ਭੇਜ ਦੇਣਾ, ਇੱਕ ਵਾਰ ਪੜ੍ਹ ਲਿਓ, ਮੇਰੇ ਕੋਲ ਪਈ ਹੈ ਕਾਪੀ। ਨਹੀਂ, ਇਹ ਪ੍ਰਿੰਟਡ ਕਿਤਾਬ ਹੈ, ਐਕਟ ਐਗਰੀਮੈਂਟ ਜਿਹੜਾ ਪ੍ਰਿੰਟ ਹੋਇਆ, ਗਵਰਨਮੈਂਟ ਇੰਡੀਆ ਦੇ ਗਜ਼ਟ ਹੈ ਜੀ। ਇਹ ਦੇਖੋ ਨਾ, ਲੌਂਗੋਵਾਲ ਅਕਾਰਡ ਇਟ ਇਜ਼ ਬਿਟਵੀਨ ਗਵਰਨਮੈਂਟ ਐਂਡ ਪਾਰਟੀ, ਅਫੀਸ਼ੀਅਲ ਐਗਰੀਮੈਂਟ ਹੈ ਜੀ। ਇਹ ਤਾਂ ਡਾਕੂਮੈਂਟ ਹੈ। ਨਹੀਂ, ਬਿਲਕੁਲ ਠੀਕ ਹੈ, ਅਸੀਂ ਉਹਦਾ ਲਿੰਕ ਵੀ ਪਾ ਦਿਆਂਗੇ ਨਾਲ, ਕਿ ਉਹ ਜਿੰਨੇ ਕਿਸੇ ਨੇ ਉਹਨੂੰ ਦੇਖਣਾ ਹੈ ਉਹ ਦੇਖ ਵੀ ਲਵੇ। ਹਾਂ, ਵੇਖ ਲਵੇ ਬਸ। ਇਹ ਤਾਂ ਅਵੇਲੇਬਲ ਹੈ ਲੌਂਗੋਵਾਲ ਅਕਾਰਡ। ਚਲੋ, ਦੇਖੋ ਬੜੀ ਵੱਡੀ ਗੱਲ ਹੈ। ਆਪਾਂ ਕਈ ਦੇਖੋ ਅਸੀਂ ਨੈਗੇਟਿਵ ਸ਼ੱਕ ਰਹੀਏ, ਬਹੁਤ ਵੱਡਾ ਇਤਿਹਾਸ ਹੈ ਕਿ ਸਰਕਾਰ ਭਾਰਤ ਹਿਲ ਗਈ, ਹਿਲ ਕੇ ਉਹਨਾਂ ਨੇ ਕਿਹਾ ਨੈਗੋਸ਼ੀਏਟ ਕਰੋ ਤੇ ਐਗਰੀਮੈਂਟ ਕਰ ਲਿਆ। ਇਹ ਇਟਸੈਲਫ ਇਜ਼ ਅ ਵੈਰੀ ਬਿਗ ਅਚੀਵਮੈਂਟ ਕਿ ਉਸ ਵਕਤ ਇੰਨਾ ਕੁਝ ਹੋਇਆ। ਠੀਕ ਹੈ, ਅਗਲੀ ਗੱਲ ਸਾਡੀ ਇਹ ਨਹੀਂ ਚਲੇ, ਪਰ ਬੜੀ ਵੱਡੀ ਗੱਲ ਹੈ ਇਤਿਹਾਸ ਵਿੱਚ। ਨਹੀਂ, ਮੌਕਾ ਸੀਗਾ ਜੀ, ਕੁਝ ਲਿਆ ਜਾ ਸਕਦਾ ਸੀ। ਨੁਕਸਾਨ ਤੇ ਭਾਵੇਂ ਬਹੁਤ ਹੋਇਆ ਸੀ, ਮੁੱਲ ਤਾਂ ਵੱਟਣ ਦਾ ਸੰਕਲਪ ਨਹੀਂ ਹੋਣਾ ਚਾਹੀਦਾ, ਪਰ ਜੇ ਵੀ ਕੁਡਨਟ ਨੈਗੋਸ਼ੀਏਟ ਕਰਨ ਜੋਗਾ ਹੀ ਕੋਈ ਨਹੀਂ ਸੀ। ਹਾਂ, ਜਾਂ ਲਾਲਚ ਸੀਗੇ, ਜਿਹੜੇ ਕਰਨ ਜੋਗੇ ਸੀ ਉਹਨਾਂ ਨੇ ਸਰਕਾਰ ਬਣਾਉਣ ਨੂੰ ਤਰਜੀਹ ਦਿੱਤੀ। ਬਸ ਹਰ ਇੱਕ ਨੂੰ ਜੀ ਮੈਂ ਵਜ਼ੀਰ ਬਣ ਜਾ। ਸਾਡੀ ਮੁਸ਼ਕਲ ਇਹ ਹੁੰਦੀ ਹੈ, ਵਜ਼ੀਰ ਬਣਨ ਦੀ ਦੌੜ ਹੁੰਦੀ ਹੈ। ਲੇਕਿਨ ਇਤਿਹਾਸ ਵਿੱਚ ਕਿਹੜੇ ਕੋਈ ਬਹੁਤ ਸੁਨਹਿਰੀ ਅੱਖਰਾਂ 'ਚ ਨਾਂ ਲਿਖੇ ਜਾਂਦੇ ਜੇ ਇਸ ਤਰ੍ਹਾਂ ਦੀਆਂ ਅਸੀਂ ਛੋਟੀਆਂ-ਮੋਟੀਆਂ ਪ੍ਰਾਪਤੀਆਂ। ਚਲੋ ਉਹ ਤਾਂ ਹੁਣ ਤੁਸੀਂ ਸ਼ੁਰੂ ਕੀਤਾ ਨਾ, ਪਹਿਲਾਂ ਤਾਂ ਲੋਕਾਂ ਨੇ ਲਿਖੇ ਨਾ। ਹੁਣ ਆਪਾਂ ਲੌਂਗੋਵਾਲ ਜੀ ਦੀ ਬਰਸੀ ਮਨਾ ਹੀ ਰਹੇ ਆ ਨਾ, ਆਪਣੀ ਤਾਰੀਫ ਜੀ ਕਰਦੇ ਆ ਨਾ ਹਰ ਜਗ੍ਹਾ। ਹਾਂ, ਉੱਥੇ ਉਹ ਭਾਸ਼ਣ ਜੋ ਹੋ ਰਿਹਾ ਉਹ ਤਾਂ ਇਹੀ ਹੋ ਰਿਹਾ ਨਾ ਜੋ ਆਪਾਂ। ਔਰ ਉਹ ਚਲੋ, ਮੈਨੂੰ ਲੱਗਦਾ ਆਪਾਂ ਇਹ ਸਿਲਸਿਲਾ ਬਣਾਵਾਂਗੇ ਜੀ। ਬਹੁਤ ਮਿਹਰਬਾਨੀ। ਚਲੋ ਸ਼ੁਕਰੀਆ ਜੀ, ਥੈਂਕ ਯੂ। ਓਕੇ।